ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਦੀ ਕਲਾਸ ਦੇ ਵਿੱਚ ਸਾਰੇ ਸਟੂਡੈਂਟਸ ਦਾ ਤੁਹਾਡੇ ਆਪਣੇ YouTube ਚੈਨਲ ਸਹਿਜ ਸਟੱਡੀ ਦੇ ਉੱਪਰ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਜੋ ਸਟੂਡੈਂਟਸ ਪਹਿਲੀ ਵਾਰ ਚੈਨਲ ਨੂੰ ਵਿਜ਼ਿਟ ਕਰ ਰਹੇ ਨੇ, ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਔਰ ਜਿਹੜਾ ਬੈਲ ਦਾ ਨੋਟੀਫਿਕੇਸ਼ਨ ਹੈ ਉਸ ਨੂੰ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਵੀਡੀਓ ਅਪਲੋਡ ਕਰੀਏ ਤੁਹਾਡੇ ਤੱਕ ਉਹ ਵੀਡੀਓ ਪਹੁੰਚ ਸਕੇ। ਔਰ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਸਾਥੀ ਸਟੂਡੈਂਟਸ ਨੂੰ ਸ਼ੇਅਰ ਕਰਿਆ ਕਰੋ। ਅੱਜ ਦੀ ਕਲਾਸ ਦੇ ਵਿੱਚ ਆਪਾਂ ਬੇਟਾ ਜਿਹੜਾ ਸਾਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੈਟ ਦੀ ਜਿਹੜੀ ਬੁੱਕ ਇਸ਼ੂ ਕੀਤੀ ਹੋਈ ਹੈ ਵਿਭਾਗ ਵੱਲੋਂ, ਉਸ ਦਾ ਜਿਹੜਾ ਸੈਕੰਡ ਚੈਪਟਰ ਹੈ ਚੈਪਟਰ 2A ਕੋਡਿੰਗ ਡੀਕੋਡਿੰਗ, ਉਸ ਨੂੰ ਆਪਾਂ ਸੋਲਵ ਕਰਾਂਗੇ ਫੁੱਲ ਵੀਡੀਓ ਦੇ ਵਿੱਚ। ਇਸ ਤੋਂ ਪਹਿਲਾਂ ਆਪਾਂ ਮੈਂਟਲ ਅਬਿਲਿਟੀ ਦਾ ਰੀਜਨਿੰਗ ਦਾ ਜਿਹੜਾ ਸਾਡਾ ਫਸਟ ਚੈਪਟਰ ਸੀਗਾ ਇੰਗਲਿਸ਼ ਅਲਫਾਬੈਟ ਅਰੇਂਜਮੈਂਟ, ਉਸ ਨੂੰ ਕੰਪਲੀਟ ਕੀਤਾ ਸੀ। ਔਰ ਅੱਜ ਆਪਾਂ ਆਪਣਾ ਨਵਾਂ ਚੈਪਟਰ ਸੈਕੰਡ ਚੈਪਟਰ ਕੋਡਿੰਗ ਡੀਕੋਡਿੰਗ ਨੂੰ ਸਟਾਰਟ ਕਰਨ ਜਾ ਰਹੇ ਹਾਂ। ਆਓ ਸ਼ੁਰੂ ਕਰਦੇ ਹਾਂ ਆਪਣਾ ਅੱਜ ਦੀ ਕਲਾਸ। ਤਾਂ ਕੋਡਿੰਗ ਡੀਕੋਡਿੰਗ ਦੇ ਵਿੱਚ ਬੇਟਾ ਕੀ ਹੁੰਦਾ ਹੈਗਾ, ਥੋੜ੍ਹੇ ਜਿਹੇ ਕੁਝ ਰੂਲ ਹੈ, ਉਹਨਾਂ ਨੂੰ ਆਪਾਂ ਸਿੱਖਦੇ ਹਾਂ। ਪਹਿਲਾਂ ਸਭ ਤੋਂ ਪਹਿਲਾਂ ਸਾਡੇ ਕੋਲ ਦੇਖੋ ਕੀ ਹੈ, ਅੱਖਰਾਂ ਦਾ ਪਰਿਵਰਤਨ ਯਾਨੀ ਰਿਵਰਸਲ ਆਫ ਅਲਫਾਬੈਟਸ। ਤਾਂ ਇੱਕ ਕੁਐਸਚਨ ਦਿੱਤਾ ਹੋਇਆ, ਆਪਾਂ ਕੁਐਸਚਨ ਨੂੰ ਪੜ੍ਹਦੇ ਹਾਂ। ਕੁਐਸਚਨ ਕੀ ਹੈ, ਇੱਕ ਨਿਸ਼ਚਿਤ ਕੋਡ ਦੀ ਭਾਸ਼ਾ ਵਿੱਚ ਜਿਹੜਾ ਬ੍ਰੇਕਡਾਊਨ ਹੈ ਉਸ ਨੂੰ ਆ ਲਿਖਿਆ ਜਾਂਦਾ ਕਹਿੰਦੇ, ਠੀਕ ਹੈ। ਇਨ ਏ ਸਰਟੇਨ ਕੋਡ ਬ੍ਰੇਕਡਾਊਨ ਇਜ਼ ਰਿਟਨ ਐਜ। ਉਸ ਕੋਡ ਦੀ ਭਾਸ਼ਾ ਵਿੱਚ ਟਰਾਈਐਂਗਲ 'ਚ ਕਿਵੇਂ ਲਿਖਿਆ ਜਾਵੇਗਾ। ਤਾਂ ਉਸੇ ਕੋਡ ਦੇ ਵਿੱਚ ਜਿਹੜੀ ਕੋਡ ਲੈਂਗੁਏਜ ਸੀ ਉਸ ਦੇ ਵਿੱਚ ਟਰਾਈਐਂਗਲ 'ਚ ਨੂੰ ਕਿਵੇਂ ਲਿਖਿਆ ਜਾਊਗਾ। ਤਾਂ ਜਿਹੜਾ ਆਪਾਂ ਰੂਲ ਪੜ੍ਹ ਰਹੇ ਹਾਂ ਉਹ ਕੀ ਹੈ, ਰਿਵਰਸਲ ਆਫ ਲੈਟਰ। ਤਾਂ ਐਕਚੁਅਲ ਦੇ ਵਿੱਚ ਕੀ ਲਿਖਿਆ ਹੋਇਆ ਹੈ, ਬ੍ਰੇਕਡਾਊਨ ਸੀ ਜਿਹੜਾ ਬ੍ਰੇਕ ਡਾਊਨ, ਉਸ ਨੂੰ ਜੋ ਲਿਖਿਆ ਗਿਆ ਉਹ ਕਿਸ ਤਰ੍ਹਾਂ ਲਿਖਿਆ ਗਿਆ ਹੈਗਾ, ਰਿਵਰਸ ਕੀਤਾ ਹੋਇਆ। ਜਿਹੜਾ ਇੱਧਰ ਲਾਸਟ ਤੇ ਉਹਨੂੰ ਪਹਿਲਾਂ ਲਿਖਤਾ ਐਨ, ਫਿਰ ਜਿਹੜਾ ਇਹ ਲਾਸਟ ਤੇ ਹੈ ਉਸ ਨੂੰ ਇੱਧਰ ਸੈਕਿੰਡ ਤੇ ਲਿਖਤਾ। ਰਿਵਰਸ ਕਰ ਰਹੇ ਹਾਂ ਆਪਾਂ, ਕੀ ਕਰ ਰਹੇ ਹਾਂ, ਰਿਵਰਸ ਉਲਟਾ ਕਰਕੇ ਲਿਖਿਆ ਹੋਇਆ। ਸੇਮ ਸਾਰੇ ਜਿਹੜਾ ਆਪਣੇ ਕੋਲੇ ਵਰਡ ਦਿੱਤਾ ਹੋਇਆ ਸਾਡਾ ਸ਼ਬਦ ਹੈ ਉਸ ਨੂੰ ਆਪਾਂ ਲਿਖ ਲੈਂਦੇ ਹਾਂ। ਤਾਂ ਉਸੇ ਭਾਸ਼ਾ ਦੇ ਵਿੱਚ ਜੇ ਅਸੀਂ ਟਰਾਈਐਂਗਲਜ਼ ਨੂੰ ਲਿਖਾਂਗੇ, ਟਰਾਈਐਂਗਲਜ਼ ਤਾਂ ਇੱਥੇ ਵੀ ਅਸੀਂ ਕੀ ਕਰਨਾ ਹੈਗਾ, ਜਿਹੜੇ ਲੈਟਰਜ਼ ਹੈ ਇਹਨਾਂ ਨੂੰ ਚੇਂਜ ਕਰਨਾ। ਤਾਂ ਐਸ ਪਹਿਲਾਂ ਆ ਜਾਏਗਾ, ਰਿਵਰਸ ਕਰਾਂਗੇ SELGNAIR ਔਰ T। ਤਾਂ ਇਸ ਤਰੀਕੇ ਨਾਲ ਜਿਹੜਾ ਸਾਡਾ ਆਨਸਰ ਹੈ ਉਹ ਦੇਖੋ, ਤਾਂ ਫੋਰਥ ਆਨਸਰ ਸਾਡਾ ਕੀ ਹੈ, ਰਾਈਟ ਆਨਸਰ ਹੈ। ਤਾਂ ਇਸ ਰੂਲ ਨੂੰ ਅਸੀਂ ਬੋਲਦੇ ਹਾਂ ਰਿਵਰਸਲ ਆਫ ਅਲਫਾਬੈਟ। ਤਾਂ ਜਿਹੜੇ ਅਲਫਾਬੈਟ ਦੇ ਲੈਟਰਜ਼ ਸੀ ਉਹਨਾਂ ਨੂੰ ਅਸੀਂ ਰਿਵਰਸ ਕਰਤਾ। ਚਲੋ ਸੈਕਿੰਡ ਰੂਲ ਦੇਖਦੇ ਹਾਂ ਕੀ ਹੈ। ਇਹ ਆਪਾਂ ਸੈਕਿੰਡ ਕੁਐਸਚਨ ਇੱਕ ਹੋਰ ਐਸੇ ਰੂਲ ਦਾ, ਉਸ ਨੂੰ ਡਿਸਕਸ ਕਰਦੇ ਹਾਂ। ਦੇਖੋ ਆਰਡਰ ਨੂੰ ਕੀ ਲਿਖਿਆ ਹੋਇਆ ਹੈਗਾ, ਆਰਡਰ ਇਜ਼ ਰਿਟਨ ਐਜ। ਆਰਡਰ ਨੂੰ ਜਦੋਂ ਲਿਖਾਂਗੇ ਦੇਖੋ ਰਿਵਰਸ ਕੀਤਾ, ਆਰ ਪਹਿਲਾਂ ਲਿਖਿਆ ਹੋਇਆ, ਫਿਰ E, ਫਿਰ D, ਫਿਰ R, ਫਿਰ O। ਆ ਦੇਖੋ ਇੱਕ ਨਿਸ਼ਚਿਤ ਕੋਡ ਦੀ ਭਾਸ਼ਾ ਵਿੱਚ ਆਰਡਰ ਨੂੰ ਕੀ ਪੜ੍ਹਿਆ ਜਾਂਦਾ ਹੈ, REDRO। ਤਾਂ ਉਸੇ ਭਾਸ਼ਾ ਦੇ ਵਿੱਚ ਸਬਸਟੀਟਿਊਸ਼ਨ ਨੂੰ ਕੀ ਪੜ੍ਹਾਇਆ ਜਾਊਗਾ, ਇਨ ਏ ਸਰਟਨ ਕੋਡ ਆਰਡਰ ਇਜ਼ ਰਿਟਨ ਐਜ ਦਿਸ, ਵਿਚ ਆਫ ਦਾ ਫੋਲੋਇੰਗ ਰੀਪ੍ਰਜੈਂਟਸ ਸਬਸਟੀਟਿਊਸ਼ਨ। ਤਾਂ ਸਬਸਟੀਟਿਊਸ਼ਨ ਲਈ ਕੀ ਹੈ, ਸੇਮ ਆਪਾਂ ਕਰਨਾ ਹੈ, ਆਪਾਂ ਇਸ ਸ਼ਬਦ ਦੇ ਜਿਹੜੇ ਲੈਟਰਜ਼ ਨੇ ਉਹਨਾਂ ਨੂੰ ਰਿਵਰਸ ਕਰਦਾ ਪਿੱਛੇ ਤੋਂ। ਐਨ ਨੂੰ ਪਹਿਲਾਂ ਲਿਖਾਂਗੇ, O ਨੂੰ ਬਾਅਦ ਦੇ ਵਿੱਚ ਲਿਖਾਂਗੇ, ਫਿਰ ਉਸ ਤੋਂ ਬਾਅਦ I, ਫਿਰ T, ਫਿਰ U, ਫਿਰ T, ਫਿਰ I, ਫਿਰ T, ਉਸ ਤੋਂ ਬਾਅਦ SBUS ਚੇਂਜ ਕਰਤਾ ਜਿਹੜੇ ਲਾਸਟ ਤੋਂ ਇੱਧਰ ਨੂੰ ਆਪਾਂ, ਠੀਕ ਹੈ। ਤਾਂ ਸਾਡਾ ਜਿਹੜਾ ਆਨਸਰ ਹੈ ਉਹ ਦੇਖੋ ਕੀ ਹੈ, ਫਸਟ ਹੈ ਜਿਹੜਾ ਸਾਡਾ ਉਹ ਆਨਸਰ ਹੈ, ਇਹਦੇ ਨਾਲ ਇਹ ਮੈਚ ਕਰ ਰਿਹਾ ਹੈਗਾ। ਚਲੋ ਨੈਕਸਟ ਰੂਲ ਦੇਖਦੇ ਹਾਂ ਕੀ ਹੈ। ਸੈਕਿੰਡ ਰੂਲ ਹੈ ਅਪੋਜਿਟ ਲੈਟਰਜ਼, ਵਿਰੋਧੀ ਅੱਖਰ। ਇਹ ਮੈਂ ਕੱਲ੍ਹ ਵੀ ਤੁਹਾਨੂੰ ਦੱਸੇ ਸੀ। ਜਿਵੇਂ ਹੁਣ ਦੇਖੋ ਜਿਹੜੇ ਆਪਣੇ ਕੋਲ ਇੰਗਲਿਸ਼ ਅਲਫਾਬੈਟਸ ਹੁੰਦੇ ਹੈ 26 ਹੁੰਦੇ ਸਾਰੇ, ਠੀਕ ਹੈ। ਜੇ ਸਟਾਰਟ ਇੱਧਰੋਂ ਕਰਦੇ ਹਾਂ, ਸਟਾਰਟਿੰਗ ਤੋਂ, ਜਿਵੇਂ ਆਪਣੀ ਇੰਗਲਿਸ਼ ਅਲਫਾਬੈਟ ਹੁੰਦੀ ਹੈ ਉਸ ਦੇ ਵਿੱਚ ਦੇਖੋ 13 ਨੰਬਰ 'ਤੇ M ਹੁੰਦਾ, 13 ਨੰਬਰ 'ਤੇ ਕੀ ਹੁੰਦਾ, M। ਔਰ ਜੇ ਪਿੱਛੋਂ ਦੇਖੀਏ ਆਪਾਂ ਬੈਕ ਤੋਂ, ਤਾਂ 13ਵੇਂ ਨੰਬਰ 'ਤੇ ਕੀ ਹੁੰਦਾ, ਉੱਥੇ N ਹੁੰਦਾ। ਬੈਕ ਤੋਂ 13 ਨੰਬਰ 'ਤੇ N ਹੁੰਦਾ, ਠੀਕ ਹੈ। ਔਰ ਸ਼ੁਰੂ 'ਚੋਂ 13 ਨੰਬਰ 'ਤੇ ਕੀ ਹੁੰਦਾ, M ਹੁੰਦਾ। ਪਰ ਸ਼ੁਰੂ ਤੋਂ ਜੇ ਆਪਾਂ N ਨੂੰ ਦੇਖੀਏ ਤਾਂ ਉਹ ਕਿੰਨਾ ਹੁੰਦਾ, 14। ਤਾਂ ਇਹਨਾਂ ਦੋਨਾਂ ਦਾ ਜੋੜ ਕਿੰਨਾ ਬਣਦਾ ਹੁੰਦਾ, 27। ਤਾਂ ਜਿਹੜੇ ਇਸ ਤਰ੍ਹਾਂ ਦੇ ਲੈਟਰਜ਼ ਹੁੰਦੇ ਹੈ ਜਿਨ੍ਹਾਂ ਦਾ ਜਿਹੜਾ ਸਮ ਹੈ 27 ਬਣਦਾ ਹੈ, ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ,
ਆਪੋਜਿਟ ਲੈਟਰਜ। ਤਾਂ ਦੇਖੋ ਇੱਥੇ ਕੀ ਕਿਹਾ ਹੋਇਆ, ਜੇਕਰ ਅੰਗਰੇਜ਼ੀ ਵਰਨਮਾਲਾ ਦੇ ਵਿੱਚ ਕਿਸੇ ਦੋ ਅੱਖਰਾਂ ਦਾ ਜੋੜ 27 ਹੈ ਤਾਂ ਇਹ ਦੋ ਅੱਖਰ ਇੱਕ ਦੂਸਰੇ ਦੇ ਵਿਰੋਧੀ ਅੱਖਰ ਹੋਣਗੇ। 27 ਕਿਵੇਂ ਹੈ, ਇੱਕ ਸਟਾਰਟਿੰਗ ਤੋਂ ਇੱਕ ਬੈਕ ਤੋਂ, ਠੀਕ ਹੈ। ਇਸ ਤਰੀਕੇ ਨਾਲ ਜੇ 27 ਬਣਦਾ ਹੈ ਤਾਂ ਉਹ ਇੱਕ ਦੂਸਰੇ ਦੇ ਕੀ ਹੁੰਦੇ ਆ, ਆਪੋਜਿਟ ਹੁੰਦੇ ਆ। ਕੱਲ ਲਾਸਟ ਦੇ ਵਿੱਚ ਜਿਹੜਾ ਲਾਸਟ ਲੈਕਚਰ ਸੀ ਬੇਟਾ, ਉਸ ਦੇ ਵਿੱਚ ਮੈਂ ਤੁਹਾਨੂੰ ਇੱਕ ਟ੍ਰਿਕ ਦੱਸੀ ਸੀ। ਉਸ ਟ੍ਰਿਕ ਦਾ ਬੜਾ ਫਾਇਦਾ ਹੈਗਾ, ਜੇ ਆਪਾਂ ਉਸ ਨੂੰ ਯਾਦ ਕਰ ਲੈਂਦੇ ਹਾਂ ਤਾਂ ਸਾਨੂੰ ਜਿਹੜਾ 27 ਦੇ ਵਿੱਚੋਂ ਮਾਈਨਸ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਹੁਣ ਦੇਖੋ ਇਹ ਕੁਐਸਚਨ ਕਰਦੇ ਹਾਂ ਆਪਾਂ, ਜਿਹੜਾ ਉੱਪਰ ਕੁਐਸਚਨ ਦਿੱਤਾ ਹੋਇਆ ਹੈਗਾ ਕਿ ਇੱਕ ਨਿਸ਼ਚਿਤ ਕੋਡ ਦੀ ਭਾਸ਼ਾ ਦੇ ਵਿੱਚ ਆਰਡਰ ਨੂੰ ਕੀ ਪੜ੍ਹਿਆ ਜਾਂਦਾ ਹੈਗਾ, LIWVI ਲਿਖਿਆ ਜਾਂਦਾ ਹੈ। ਤਾਂ ਉਸ ਕੋਡ ਦੀ ਭਾਸ਼ਾ ਦੇ ਵਿੱਚ ਸਬਸਟੀਟਿਊਸ਼ਨ ਨੂੰ ਕਿਵੇਂ ਲਿਖਿਆ ਜਾਊਗਾ, ਉਸ ਕੋਡ ਦੀ ਭਾਸ਼ਾ ਦੇ ਵਿੱਚ ਸਬਸਟੀਟਿਊਸ਼ਨ ਨੂੰ ਕਿਵੇਂ ਲਿਖਿਆ ਜਾਵੇਗਾ। ਤਾਂ ਦੇਖੋ ਆਰਡਰ ਹੈ ਜਿਹੜਾ ਆਰਡਰ, ਉਸ ਨੂੰ ਲਿਖਿਆ ਕੀ ਗਿਆ, LIWVI ਇਹ ਲਿਖਿਆ ਗਿਆ ਨਾ। ਤਾਂ ਹੁਣ ਤੁਸੀਂ ਦੇਖੋ ਜਿਹੜਾ ਉਹਦਾ ਆਪਣੇ ਕੋਲ ਨੰਬਰ ਹੁੰਦਾ ਉਹ ਹੁੰਦਾ 15, L ਹੁੰਦਾ 12, ਤਾਂ ਦੋਨਾਂ ਦਾ ਜੋੜ ਕਿੰਨਾ ਬਣਦਾ 27। ਤਾਂ ਇਹ ਇੱਕ ਦੂਸਰੇ ਦੇ ਆਪੋਜਿਟ ਹੈ। ਔਰ R ਦਾ ਸਾਡੇ ਕੋਲ 18 ਹੁੰਦਾ ਔਰ I ਦਾ 9 ਹੁੰਦਾ, ਤੇ ਇਹ ਵੀ ਇੱਕ ਦੂਸਰੇ ਦੇ ਆਪੋਜਿਟ ਹੈ। D ਦਾ 4 ਹੁੰਦਾ ਔਰ W ਦਾ 23 ਹੁੰਦਾ, ਤਾਂ ਇਹ ਵੀ ਇੱਕ ਦੂਸਰੇ ਦੇ ਆਪੋਜਿਟ ਹੈ, ਕਿਉਂਕਿ ਜੋੜ ਹੈ ਜਿਹੜਾ ਸਾਡੇ ਕੋਲ ਕਿੰਨਾ ਬਣਦਾ 27 ਬਣਦਾ, ਯਾਨੀ ਜਿਹੜਾ ਸਮ ਹੈ ਉਹ 27 ਹੈ ਜਿਹੜਾ ਉਹ ਬਣ ਰਿਹਾ ਹਰ ਵਾਰ। E ਦਾ ਸਾਡੇ ਕੋਲ ਕਿੰਨਾ ਹੁੰਦਾ 5 ਔਰ B ਦਾ ਕਿੰਨਾ ਹੁੰਦਾ 22, ਤਾਂ ਇਹ ਵੀ 27 ਬਣਦਾ। R ਦਾ ਦੇਖੋ RI ਪਹਿਲਾਂ ਵੀ ਆਇਆ ਸੀ, R 18 I 9, ਠੀਕ ਹੈ। ਤਾਂ ਇਹਨਾਂ ਦੀ ਇੱਕ ਸ਼ਾਰਟਕਟ ਤੁਹਾਨੂੰ ਮੈਂ ਟ੍ਰਿਕ ਦੱਸੀ ਸੀ। ਹੁਣ ਦੇਖੋ ਜੇ ਆਪਾਂ ਇਹਨਾਂ ਨੂੰ ਯਾਦ ਕਰ ਲੈਂਦੇ ਹਾਂ ਤਾਂ ਇੱਕ ਦੂਸਰੇ ਦਾ ਆਪੋਜਿਟ ਬੜੇ ਆਸਾਨੀ ਨਾਲ ਅਸੀਂ ਦੱਸ ਸਕਦੇ ਹਾਂ, ਠੀਕ ਹੈ। ਟ੍ਰਿਕ ਕੀ ਸੀ ਮੈਂ ਤੁਹਾਨੂੰ ਦੱਸਿਆ, ਇੱਕ ਵਾਰ ਮੈਂ ਰਿਪੀਟ ਕਰਦਾ। ਇੱਕ ਤਾਂ ਸ਼ਬਦ ਤੁਹਾਨੂੰ ਦੱਸੇ AZ, A ਦਾ ਆਪੋਜਿਟ ਲੈਟਰ ਕੀ ਹੁੰਦਾ Z ਹੁੰਦਾ। ਫਿਰ ਉਸ ਤੋਂ ਬਾਅਦ B ਲਈ ਕੀ ਸੀਗਾ ਸ਼ਬਦ ਬਾਈ, BY, ਠੀਕ ਹੈ। C ਲਈ ਕੀ ਕਿਹਾ ਸੀਗਾ ਕਰੈਕਸ, CX ਬੱਚੇ ਖਾਂਦੇ ਹਨ ਕਰੈਕਸ। D ਲਈ ਕੀ ਦੱਸਿਆ ਦੁੱਧ ਵਾਲਾ, DW ਇਹ ਯਾਦ ਹੋ ਜਾਣਗੇ ਆਸਾਨੀ ਨਾਲ। E ਲਈ ਤੁਹਾਨੂੰ ਦੱਸਿਆ ਈਵਨਿੰਗ, EV। ਉਸ ਤੋਂ ਬਾਅਦ ABCDEF ਆ ਜਾਏਗਾ। ਇਹਦੇ ਲਈ ਤੁਹਾਨੂੰ ਦੱਸਿਆ ਸੀ ਫਾਦਰ ਅੰਕਲ, FU। ਜੇ ਤੁਸੀਂ ਕਿਸੇ ਬੱਚੇ ਨੇ ਲਾਸਟ ਲੈਕਚਰ ਨਹੀਂ ਦੇਖਿਆ ਹੋਇਆ ਤਾਂ ਉਸਦਾ ਜਿਹੜਾ ਲਿੰਕ ਹੈ ਡਿਸਕ੍ਰਿਪਸ਼ਨ ਦੇ ਵਿੱਚ ਵੀਡੀਓ 'ਤੇ ਦਿੱਤਾ ਹੋਏਗਾ, ਉੱਥੋਂ ਤੁਸੀਂ ਬਾਅਦ ਦੇ ਵਿੱਚ ਦੇਖ ਲਿਓ ਬੇਟਾ ਉਸਨੂੰ, ਠੀਕ ਹੈ। ABCDEF ਹੋ ਗਿਆ। G ਤੋਂ ਤੁਹਾਨੂੰ ਦੱਸਿਆ ਸੀ ਗੌਰਵ ਟਾਵਰ, GT। ਉਸ ਤੋਂ ਬਾਅਦ I ਲਈ ਤੁਹਾਨੂੰ ਦੱਸਿਆ ਸੀ ਇੰਡੀਅਨ ਰੇਲਵੇ, IR। ਆ ਦੇਖੋ I ਲਈ R ਆਇਆ ਸੀ ਨਾ ਇੱਥੇ, ਇੰਡੀਅਨ ਰੇਲਵੇ। ਔਰ J ਲਈ ਜੈਪੁਰ ਕੁਈਨ। K ਲਈ ਸੀ ਸਾਡੇ ਕੋਲੇ ਕਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ, ਠੀਕ ਹੈ। ਔਰ L ਲਈ ਤੁਹਾਨੂੰ ਦੱਸਿਆ ਸੀਗਾ ਲਵ ਸ਼ਬਦ, LO। ਔਰ M ਦਾ ਆਪੋਜਿਟ ਸੀ N, ਨਰਿੰਦਰ ਮੋਦੀ ਤੁਹਾਨੂੰ ਦੱਸਿਆ ਸੀ MN। ਤਾਂ ਇਹ ਛੋਟੀ ਜਿਹੀ ਇੱਕ ਟ੍ਰਿਕ ਸੀ। ਕੱਲ ਲੈਕਚਰ ਦੇ ਵਿੱਚ ਤੁਹਾਨੂੰ ਮੈਂ ਇਹਦੇ ਬਾਰੇ ਦੱਸਿਆ ਸੀ ਕਿ ਕੰਪਲੀਟ ਤੁਸੀਂ ਸਾਰੀ ਵੀਡੀਓ ਦੇਖਣੀ ਹੈ ਲਾਸਟ ਵੀਡੀਓ ਤੋਂ, ਉੱਥੇ ਟ੍ਰਿਕ ਤੁਸੀਂ ਆਸਾਨੀ ਨਾਲ ਸਿੱਖ ਸਕਦੇ ਹੋ, ਠੀਕ ਹੈ। ਆਪਾਂ ਹੁਣ ਕੁਐਸਚਨ ਨੂੰ ਕਰਦੇ ਹਾਂ। ਦੇਖੋ ਕੁਐਸਚਨ ਕੀ ਹੈ ਸਾਡੇ ਕੋਲ, ਆਰਡਰ ਨੂੰ ਕੀ ਲਿਖਿਆ ਗਿਆ, ਇਸ ਤਰੀਕੇ ਨਾਲ ਲਿਖਿਆ ਗਿਆ ਔਰ ਪੁੱਛਿਆ ਕਿਸ ਦਾ ਹੋਇਆ ਸਬਸਟੀਟਿਊਸ਼ਨ ਦਾ। ਹੁਣ ਆਪਾਂ ਸਬਸਟੀਟਿਊਸ਼ਨ ਨੂੰ ਲਿਖਦੇ ਹਾਂ। ਦੇਖੋ ਮੈਂ ਇੱਕ ਵਾਰ ਲਿਖ ਰਿਹਾ ਇੱਥੇ ਸਬਸਟੀਟਿਊਸ਼ਨ SUVSTITU ਫਿਰ T ਫਿਰ ION। ਹੁਣ ਆਪਾਂ ਇਹਦੇ ਆਪੋਜਿਟ ਲੈਟਰ ਲਿਖਣੇ ਆ। ਜੇ ਆਪਾਂ 27 ਚੋਂ ਮਾਈਨਸ ਕਰਾਂਗੇ ਤਾਂ ਦੇਖੋ ਕਿੰਨਾ ਟਾਈਮ ਆਪਣਾ ਵੇਸਟ ਹੋ ਜਾਏਗਾ। ਹੁਣ ਡਾਇਰੈਕਟ ਜੇ ਤੁਹਾਡੇ ਟ੍ਰਿਕ ਜ਼ਿਆਦਾ ਹੈ ਤਾਂ ਬੜੀ ਆਸਾਨੀ ਨਾਲ ਲਿਖ ਸਕਦੇ ਹਾਂ। ਇੱਥੇ H ਰਹਿ ਗਿਆ ਸੀ ਤਾਂ H ਲਈ ਦੇਖੋ, H ਲਈ ਤੁਹਾਨੂੰ ਦੱਸਿਆ ਸੀਗਾ ਹਨੀ ਸਿੰਘ, ਇੱਥੇ ਇੱਕ H ਆਪਣੇ ਕੋਲ ਮਿਸ ਹੋ ਗਿਆ, I ਤੋਂ ਬਾਅਦ J ਡਾਇਰੈਕਟ ਦੱਸਿਆ ਗਿਆ। ਤਾਂ S ਹੈ, S ਦਾ ਕੀ ਹੁੰਦਾ H, ਉਹਦੇ ਲਈ ਤੁਹਾਨੂੰ ਦੱਸਿਆ ਸੀ ਹਨੀ ਸਿੰਘ, ਠੀਕ ਹੈ। ਉਹਦੇ ਨਾਲ ਕਿੰਨਾ ਸੌਖਾ ਹੈਗਾ, ਯਾਦ ਕਰ ਲਓਗੇ ਤਾਂ ਘਟਾਉਣ ਦੀ ਲੋੜ ਹੀ ਨਹੀਂ। U ਆ ਗਿਆ ਸਾਡੇ ਕੋਲ ਅੰਕਲ, ਫਾਦਰ ਅੰਕਲ ਇਹਦਾ F ਹੁੰਦਾ, B ਦਾ Y, ਫਿਰ S ਆ ਗਿਆ ਹਨੀ ਸਿੰਘ, T ਆ ਗਿਆ ਇਹਦਾ ਉਹ G ਗੌਰਵ ਟਾਵਰ ਤੁਹਾਨੂੰ ਦੱਸਿਆ ਸੀ। I ਲਈ ਕੀ ਸੀਗਾ ਇੰਡੀਅਨ ਰੇਲਵੇ, IR ਆ ਜਾਏਗਾ। ਫਿਰ T ਆ ਗਿਆ, T ਲਈ ਕੀ ਹੈ G ਹੈ। ਫਿਰ U ਆ ਗਿਆ ਅੰਕਲ, ਫਾਦਰ ਅੰਕਲ ਸਾਡੇ ਕੋਲ ਸੀਗਾ। ਫਿਰ T ਆ ਗਿਆ, T ਲਈ ਕੀ ਹੈ G ਹੈ। ਤਾਂ I ਲਈ ਇੰਡੀਅਨ ਰੇਲਵੇ, IR ਆ ਜਾਏਗਾ। O ਲਈ ਕੀ ਸੀਗਾ ਤੁਹਾਨੂੰ ਦੱਸਿਆ, ਤਾਂ ਉਹਦੇ ਲਈ ਸੀ L ਸ਼ਬਦ ਲਵ, LO, ਠੀਕ ਹੈ। N ਨਰਿੰਦਰ ਮੋਦੀ, N ਦਾ ਕੀ ਆ ਜਾਊਗਾ M। ਤਾਂ ਆਪੋਜਿਟ ਲੈਟਰਜ ਬੜੀ ਆਸਾਨੀ ਨਾਲ ਤੁਸੀਂ ਲਿਖ ਸਕਦੇ ਹੋ ਜੇ ਤੁਹਾਡੇ ਟ੍ਰਿਕ ਜ਼ਿਆਦਾ ਹੈ। ਬਿਲਕੁਲ ਕੋਈ ਮਾਈਨਸ ਨਹੀਂ ਕੀਤਾ। ਦੇਖੋ ਮੈਂ 27 ਦੇ ਵਿੱਚੋਂ ਮੈਂ ਪਹਿਲਾਂ ਮਾਈਨਸ ਕਰਦਾ, ਫਿਰ ਪਿੱਛੇ ਦੇਖਦਾ, ਅੱਗੇ ਦੇਖਦਾ, ਤਾਂ ਕਿੰਨਾ ਆਸਾਨ ਹੋ ਗਿਆ ਇਹ ਜੇ ਆਪਾਂ ਇਸ ਤਰੀਕੇ ਨਾਲ ਇਸ ਨੂੰ ਯਾਦ ਕਰ ਲੈਂਦੇ ਹਾਂ। ਤਾਂ ਬਿਲਕੁਲ ਇਸੇ ਤਰੀਕੇ ਨਾਲ ਆਪਾਂ ਇਸ ਨੂੰ ਕਰਨਾ ਹੈ ਕੁਐਸਚਨ ਨੂੰ, ਤਾਂ ਕਿ ਜਿਹੜਾ ਸਾਡਾ ਟਾਈਮ ਹੈ ਉਹ ਘੱਟ ਤੋਂ ਘੱਟ ਲੱਗੇ, ਠੀਕ ਹੈ।
ਕੰਪੀਟੀਸ਼ਨ ਦੀ ਬੇਟਾ ਜਦੋਂ ਆਪਾਂ ਤਿਆਰੀ ਕਰਦੇ ਹਾਂ ਤਾਂ ਆਪਾਂ ਟਾਈਮ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਣਾ। ਜਿੰਨਾ ਅਸੀਂ ਘੱਟ ਟਾਈਮ ਯੂਜ ਕਰਾਂਗੇ ਓਨਾ ਹੀ ਅਸੀਂ ਆਪਣੀ ਮੰਜ਼ਿਲ ਵੱਲ ਵਧਾਂਗੇ। ਤਾਂ ਅੱਗੇ ਚੱਲਦੇ ਹਾਂ। ਤਾਂ ਇਸ ਤੋਂ ਬਾਅਦ ਨੈਕਸਟ ਸਾਡੇ ਕੋਲ ਐਕਸਰਸਾਈਜ਼ ਹੈ ਅਨਸੋਲਵਡ ਬੁੱਕ ਦੀ, ਆਪਾਂ ਉਸ ਨੂੰ ਸੋਲਵ ਕਰਦੇ ਹਾਂ। ਫਸਟ ਕੁਐਸਚਨ ਹੈ ਇਫ ਐਕਟਿਵ ਇਜ਼ ਰਿਟਨ ਐਜ ਦਿਸ। ਦੇਖੋ ਐਕਟਿਵ ਨੂੰ ਆਪਾਂ ਆ ਲਿਖਿਆ ਹੋਇਆ ਹੈ ਕਿਸੇ ਲੈਂਗੁਏਜ ਦੇ ਵਿੱਚ, ਕਹਿੰਦੇ ਐਕਟਿਵ ਨੂੰ ਇਸ ਤਰੀਕੇ ਨਾਲ ਲਿਖਿਆ ਜਾਂਦਾ ਹੈ। ਤਾਂ ਡਾਕਟਰ ਵੀ ਰਿਟਨ ਐਜ, ਤਾਂ ਡਾਕਟਰ ਨੂੰ ਕਿਸ ਤਰੀਕੇ ਨਾਲ ਲਿਖਿਆ ਜਾਵੇ ਕੁਐਸਚਨ ਦੇ ਵਿੱਚ ਸਾਨੂੰ ਪੁੱਛਿਆ ਹੋਇਆ। ਤਾਂ ਦੇਖੋ ਐਕਟਿਵ ਨੂੰ ਜੇ ਅਸੀਂ ਲਿਖਦੇ ਹਾਂ ਐਕਟਿਵ, ਤਾਂ ਉਸ ਨੂੰ ਕੀ ਲਿਖਿਆ ਗਿਆ, ਐਕਟਿਵ ਨੂੰ ਚੇਂਜ ਕਰਕੇ AVIT ਔਰ CE। ਤਾਂ ਜੇ ਅਸੀਂ ਧਿਆਨ ਨਾਲ ਦੇਖੀਏ, ਦੇਖੋ ਇਹਨਾਂ ਦੇ ਵਿੱਚ ਪਹਿਲੇ ਦੋ ਤੇ ਲਾਸਟ ਦੇ ਵਾਲੇ ਵਿੱਚ ਕੋਈ ਚੇਂਜ ਨਹੀਂ ਹੋਇਆ। ਠੀਕ, ਉਸ ਤੋਂ ਬਾਅਦ ਦੇਖੀਏ B ਦੀ ਪੋਜੀਸ਼ਨ ਆ ਗਈ, ਪਹਿਲਾਂ ਇੱਥੇ ਸੀ। C ਦੀ ਪੋਜੀਸ਼ਨ ਪਹਿਲਾਂ ਇੱਥੇ ਸੀ, ਹੁਣ ਇੱਥੇ ਚਲੇ ਗਏ ਲਾਸਟ ਤੇ। ਠੀਕ ਹੈ, ਯਾਨੀ ਇਹ ਦੋਨੋਂ ਆਪਸ ਦੇ ਵਿੱਚ ਇੰਟਰਚੇਂਜ ਹੋ ਗਏ। V ਦੀ ਜਗ੍ਹਾ ਤੇ ਕੀ ਆ ਗਿਆ, C ਆ ਗਿਆ। ਦੇਖੋ B ਇੱਥੇ ਆ ਗਿਆ, C ਇੱਥੇ ਚਲਾ ਗਿਆ। ਇਸੇ ਤਰ੍ਹਾਂ I ਔਰ T ਇਹ ਜਿਹੜੇ ਦੋ ਵਿਚਕਾਰ ਹੈ, ਇਹ ਵੀ ਆਪਸ ਦੇ ਵਿੱਚ ਇਹਨਾਂ ਦੀ ਵੀ ਪੋਜੀਸ਼ਨ ਚੇਂਜ ਹੋ ਗਈ। T ਦੀ ਜਗ੍ਹਾ ਤੇ I ਹੋ ਗਿਆ ਔਰ I ਦੀ ਜਗ੍ਹਾ ਤੇ ਕੀ ਹੋ ਗਿਆ, T ਹੋ ਗਿਆ। ਹੁਣ ਆਪਾਂ ਡਾਕਟਰ ਨੂੰ ਲਿਖਣਾ ਹੈ। ਦੇਖੋ ਆਪਾਂ ਪਹਿਲਾਂ ਲਿਖਦੇ ਹਾਂ ਡਾਕਟਰ, DOCTOR। ਤਾਂ ਇਸ ਨੂੰ ਵੀ ਆਪਾਂ ਕਿਵੇਂ ਲਿਖਾਂਗੇ, ਪਹਿਲੇ ਤੇ ਲਾਸਟ ਵਾਲੇ ਦੇ ਵਿੱਚ ਕੋਈ ਚੇਂਜ ਨਹੀਂ। D ਦੀ ਜਗ੍ਹਾ D ਔਰ R ਦੀ ਜਗ੍ਹਾ R, ਜਿਵੇਂ ਉੱਪਰ ਐਕਟਿਵ ਦੇ ਵਿੱਚ ਸੀ। ਠੀਕ ਹੈ, ਪਹਿਲੇ ਤੇ ਲਾਸਟ ਵਾਲੇ 'ਚ ਕੋਈ ਚੇਂਜ ਨਹੀਂ ਕੀਤਾ। ਔਰ ਜਿਹੜਾ ਦੇਖੋ ਆਹ ਦੋਨੋਂ ਆਪਸ ਦੇ ਵਿੱਚ ਚੇਂਜ ਹੋਏ ਸੀ, ਉਹਨੂੰ O ਨਾਲ ਚੇਂਜ ਕਰਾਂਗੇ ਤਾਂ O ਦਾ ਕੀ ਰਹਿ ਜਾਏਗਾ, O ਹੀ ਰਹਿ ਜਾਏਗਾ ਦੋਨੋਂ ਜਗ੍ਹਾ ਤੇ। ਔਰ ਵਿਚਕਾਰ ਵਾਲੇ ਦੋ ਜਿਵੇਂ T ਔਰ I ਚੇਂਜ ਹੋਏ ਸੀ, ਇੱਥੇ C ਔਰ T ਨੇ ਚੇਂਜ ਹੋਣਾ ਹੈਗਾ। ਤਾਂ ਕੀ ਹੋ ਜਾਏਗਾ, T ਅੱਗੇ ਆ ਜਾਏਗਾ, C ਪਿੱਛੇ ਚਲਾ ਜਾਏਗਾ। ਇਹ ਦੋਨੋਂ ਆਪਸ ਦੇ ਵਿੱਚ ਇੰਟਰਚੇਂਜ ਹੋਏ ਸੀ ਵਿਚਕਾਰਲੇ। ਤਾਂ ਕੀ ਬਣਿਆ ਸਾਡੇ ਕੋਲ, ਕੀ ਬਣ ਗਿਆ, ਸਾਡੇ ਕੋਲ ਆਹ ਸ਼ਬਦ ਬਣ ਗਿਆ DOTCOR। ਤਾਂ ਦੇਖੋ ਜੇ ਅਸੀਂ ਦੇਖਦੇ ਹਾਂ ਜਿਹੜਾ ਚੌਥਾ ਸਾਡਾ ਆਨਸਰ ਹੈ ਉਸ ਦੇ ਵਿੱਚ ਇਹ ਉਸ ਦੇ ਨਾਲ ਮੈਚ ਕਰ ਰਿਹਾ ਹੈਗਾ। ਤਾਂ ਸਾਡਾ ਆਨਸਰ ਕੀ ਹੈਗਾ, .com। ਜਿਹੜੇ ਵੀ ਬੱਚੇ NTSC ਦੀ ਤਿਆਰੀ ਕਰ ਰਹੇ ਆ ਜਾਂ ਹੋਰ ਵੀ ਜੋਬ ਓਰੀਐਂਟਡ ਕੰਪੀਟੀਸ਼ਨ ਦੀ ਤਿਆਰੀ ਕਰ ਰਹੇ ਹੈ, ਉਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਰੇ ਬੱਚੇ ਉਸ ਤੋਂ ਫਾਇਦਾ ਲੈ ਸਕਣ। ਸੈਕੰਡ ਕੁਐਸਚਨ ਹੈ ਇਹ ਪਿੰਕ ਇਜ਼ ਰਿਟਨ ਐਜ MLKN। ਦੇਖੋ ਪਿੰਕ ਨੂੰ ਕਿਸੇ ਭਾਸ਼ਾ ਦੇ ਵਿੱਚ ਇਸ ਤਰੀਕੇ ਨਾਲ ਲਿਖਿਆ ਜਾਂਦਾ, ਕਿਸੇ ਕੋਡ ਦੇ ਵਿੱਚ। ਤਾਂ ਹਾਊ ਵਿਲ ਰੋਜ਼ ਵੀ ਰਿਟਨ ਐਜ, ਤਾਂ ਰੋਜ਼ ਨੂੰ ਕਿਸ ਤਰੀਕੇ ਨਾਲ ਲਿਖਿਆ ਜਾਊਗਾ। ਤਾਂ ਦੇਖੋ ਪਹਿਲਾਂ ਆਪਾਂ ਇਹ ਦੇਖਦੇ ਹਾਂ ਵੀ ਪਿੰਕ ਨੂੰ ਇਹ ਕਿਸ ਤਰੀਕੇ ਨਾਲ ਲਿਖਿਆ ਗਿਆ, ਇਹ MLKN। ਤਾਂ P ਦਾ ਇੰਗਲਿਸ਼ ਅਲਫਾਬੈਟ ਦੇ ਵਿੱਚ ਜਿਹੜਾ ਨੰਬਰ ਹੁੰਦਾ ਹੈ ਉਹ ਹੁੰਦਾ 16। ਠੀਕ ਹੈ, ਔਰ M ਦਾ ਕਿੰਨਾ ਹੁੰਦਾ ਹੈਗਾ, 13। ਠੀਕ ਹੈ, M 13। ਔਰ I ਦਾ ਹੁੰਦਾ 9, I 9, ਉਸ ਤੋਂ 9 ਹੋ ਗਿਆ। L ਹੁੰਦਾ 12। ਇਸੇ ਤਰ੍ਹਾਂ N ਦੀ ਜਿਹੜੀ ਸ਼ੇਪ ਹੈ ਉਹ ਇਸ ਤਰ੍ਹਾਂ ਦੀ ਹੁੰਦੀ ਹੈ। ਔਰ ਰੋਮਨ ਭਾਸ਼ਾ ਦੇ ਵਿੱਚ ਇਸ ਨੂੰ ਅਸੀਂ 4 ਲਿਖਦੇ ਹਾਂ। ਠੀਕ ਹੈ, ਤਾਂ ਉੱਥੋਂ ਤੁਸੀਂ ਯਾਦ ਰੱਖੋ ਇਸਦਾ ਹੁੰਦਾ 14। K ਦਾ ਤੁਸੀਂ ਯਾਦ ਰੱਖਣ ਦਾ ਤਰੀਕਾ ਕਿੰਗਜ਼ 11 ਪੰਜਾਬ, ਤਾਂ 11 ਹੁੰਦਾ। ਇਸੇ ਤਰ੍ਹਾਂ K ਫੇਰ ਆ ਗਿਆ, ਉਸਦਾ 11, N ਦਾ 14। ਤਾਂ ਪਹਿਲੇ ਦੇ ਵਿੱਚ ਦੇਖੋ P 16 ਸੀ, ਇਸ ਤੋਂ 13, ਤਾਂ 3 ਘਟ ਗਿਆ। ਅਗਲੇ ਦੇ ਵਿੱਚ ਕੀ ਹੋਇਆ, 9 ਦੇ ਵਿੱਚ 3 ਅਸੀਂ ਜੋੜ ਕੇ ਪਹੁੰਚ ਗਏ 12 ਤੇ। ਫਿਰ 14 ਚੋਂ 11 ਪਹੁੰਚੇ ਤਾਂ 3 ਘਟਾ ਕੇ, ਫਿਰ 11 ਤੋਂ 14 3 ਜੋੜ ਕੇ। ਤਾਂ ਕੀ ਹੋਇਆ, ਪਹਿਲੀ ਵਾਰ 3 ਘਟ ਰਹੇ ਆ, ਫਿਰ 3 ਜੁੜ ਰਹੇ ਆ, ਫਿਰ 3 ਘਟ ਰਹੇ ਆ, ਫਿਰ 3 ਜੁੜ ਰਹੇ ਆ। ਹੁਣ ਆਪਾਂ ਰੋਜ਼ ਦਾ ਦੇਖਣਾ ਸੀ ਕੀ ਹੋਊਗਾ। ਤਾਂ ਜਿਹੜੇ ਆ ਸਾਡੇ ਕੋਲੇ ਆਨਸਰ ਹੈ ਉਹਨਾਂ ਦੇ ਵਿੱਚ ਅਸੀਂ ਧਿਆਨ ਨਾਲ ਦੇਖੀਏ, ਪਹਿਲਾਂ ਤਾਂ ਸਾਰਿਆਂ ਦਾ ਹੀ O ਹੈ, ਪਹਿਲਾਂ ਸਾਰਿਆਂ ਦਾ ਕੀ ਹੈ, O ਆਨਸਰ ਦੇ ਵਿੱਚ। ਠੀਕ ਆ, ਆਪਾਂ ਰੋਜ਼ ਨੂੰ ਲਿਖਦੇ ਹਾਂ, ਰੋਜ਼। ਇੱਕ ਵਾਰ ਮੈਂ ਥੋੜ੍ਹਾ ਜਿਹਾ ਇਹਨੂੰ ਉੱਪਰ ਕਰਦਾ। ਠੀਕ, ਦੇਖੋ ਰੋਜ਼ ਦੇ ਵਿੱਚ R ਦਾ ਜਿਹੜਾ ਨੰਬਰ ਹੈ ਡਿਜਿਟ ਦਾ, ਇੰਗਲਿਸ਼ ਲੈਟਰ ਦਾ, R ਦਾ ਹੁੰਦਾ 18। ਠੀਕ ਹੈ, 18 ਦੇ ਵਿੱਚੋਂ ਅਸੀਂ ਜੇ 3 ਮਾਈਨਸ ਕਰਾਂਗੇ ਤਾਂ ਕਿੰਨਾ ਰਹਿ ਗਿਆ, ਕਿਉਂਕਿ ਪਹਿਲੇ ਦੇ ਵਿੱਚੋਂ 3 ਮਾਈਨਸ ਹੁੰਦੇ ਆ, 15 ਰਹਿ ਗਿਆ। 15 ਕਿਸ ਦਾ ਹੁੰਦਾ, O ਦਾ। O ਦਾ ਸਾਡੇ ਕੋਲੇ 15 ਹੁੰਦਾ। ਫਿਰ ਅਗਲੇ 'ਚ ਕੀ ਕਰਨਾ, ਅਸੀਂ 3 ਜੋੜਨੇ ਆ। 15 ਤੇ 3 ਕਿੰਨਾ ਹੋ ਗਿਆ, 18। ਤਾਂ ਉਸਦਾ ਕੀ ਬਣੇਗਾ, R, OR। S ਦਾ ਸਾਡੇ ਕੋਲ 19 ਨੰਬਰ ਹੁੰਦਾ। ਤੀਸਰੇ 'ਚ ਫਿਰ 3 ਘਟਾਵਾਂਗੇ, 19 ਚੋਂ 3 ਘਟਾਏ ਸਾਡੇ ਕੋਲੇ ਕਿੰਨਾ ਆ ਗਿਆ, 16। ਤਾਂ 16 ਕਿਸ ਦਾ ਹੁੰਦਾ ਹੈਗਾ, 16 ਸਾਡੇ ਕੋਲ ਹੁੰਦਾ P ਦਾ। ਤਾਂ ORP ਇੱਕ ਜਿਹੜਾ ਸਾਡੇ ਕੋਲੇ ਆ ਆਪਸ਼ਨ ਹੈਗਾ ਸੈਕਿੰਡ ਆਪਸ਼ਨ, ਉਸ ਦੇ ਵਿੱਚ ORP ਹੈ ਪਹਿਲੀਆਂ 'ਚ, ਹੋਰ ਕਿਸੇ ਦੇ ਵਿੱਚ ਨਹੀਂ ਹੈਗਾ। ਲਾਸਟ ਦਾ ਵੀ ਦੇਖਣਾ ਹੋਵੇ, ਦੇਖੋ E ਦਾ 5 ਹੈ, 5 ਦੇ ਵਿੱਚ 3 ਜੋੜਾਂਗੇ ਕਿੰਨਾ ਬਣ ਗਿਆ, 8। ਤੇ 8 ਦਾ ਕੀ ਹੁੰਦਾ, H। ਤਾਂ ਸਾਡਾ ਆਨਸਰ ਕੀ ਆ ਗਿਆ, ORPH। ਤਾਂ ਬਿਲਕੁਲ ਈਜੀ ਮੈਥਡ ਹੈ।
ਸਿਰਫ ਤੁਹਾਡੇ ਇਹ ਯਾਦ ਹੋਣਾ ਚਾਹੀਦਾ ਇੰਗਲਿਸ਼ ਅਲਫਾਬੈਟ ਦੇ ਵਿੱਚ ਕਿਹੜਾ ਨੰਬਰ ਕਿਹੜਾ ਜਿਹੜਾ ਲੈਟਰ ਹੈ ਉਹ ਕਿਹੜੇ ਨੰਬਰ ਦੇ ਉੱਪਰ ਹੁੰਦਾ ਹੈਗਾ। ਏ ਦਾ ਕਿੰਨਵਾਂ ਨੰਬਰ ਹੈ, ਬੀ ਦਾ ਕਿੰਨਵਾਂ ਹੈ, ਸੀ ਦਾ ਕਿੰਨਵਾਂ ਹੈ, ਡੀ ਦਾ ਕਿੰਨਵਾਂ ਹੈ। ਇਹਨਾਂ ਨੂੰ ਤੁਹਾਨੂੰ ਯਾਦ ਰੱਖਣ ਦੀ ਜ਼ਰੂਰਤ ਹੈ ਬੇਟਾ। ਤਾਂ ਇਸ ਨੂੰ ਯਾਦ ਰੱਖਣ ਦੀ ਇੱਕ ਤੁਹਾਨੂੰ ਅਲੱਗ ਤੋਂ ਵੀਡੀਓ ਵੀ ਬਣਾ ਦਾਂਗੇ ਤਾਂ ਕਿ ਤੁਸੀਂ ਆਸਾਨੀ ਨਾਲ ਸਾਰਿਆਂ ਨੂੰ ਯਾਦ ਕਰ ਲਓ। ਵਿੱਚ ਵੈਸੇ ਮੈਂ ਤੁਹਾਨੂੰ ਦੱਸਦਾ ਵੀ ਰਹੂੰਗਾ ਵੀ ਕਿਸ ਤਰੀਕੇ ਨਾਲ ਮੈਂ ਯਾਦ ਕੀਤੇ ਹੋਏ ਆ, ਸਾਰੇ ਮੇਰੇ ਵੀ ਇਸੇ ਤਰੀਕੇ ਨਾਲ ਯਾਦ ਕੀਤੇ ਹੋਏ ਆ। ਤਾਂ ਚਲੋ ਅੱਗੇ ਥਰਡ ਕੁਐਸਚਨ ਹੈ ਇਫ ਸੈਲਡਮ ਇਜ਼ ਰਿਟਨ ਐਜ MFTLNC ਹਾਊ ਵਿਲ ਪ੍ਰਿੰਸ ਬੀ ਰਿਟਨ ਐਜ। ਤਾਂ ਦੇਖੋ ਕਿਸੇ ਭਾਸ਼ਾ ਦੇ ਵਿੱਚ ਕਿਸੇ ਕੋਡਿੰਗ ਦੇ ਵਿੱਚ ਸੈਲਡਮ ਨੂੰ ਕੀ ਲਿਖਿਆ ਜਾਂਦਾ ਹੈਗਾ, ਸੈਲਡਮ ਨੂੰ ਲਿਖਿਆ ਜਾਂਦਾ ਹੈ ਆਹ ਵਾਲਾ, ਠੀਕ ਹੈ। ਤਾਂ ਪ੍ਰਿੰਸ ਨੂੰ ਕੀ ਲਿਖਿਆ ਜਾਊਗਾ। ਤਾਂ ਬਿਲਕੁਲ ਹੀ ਅਲੱਗ ਜਿਹਾ ਕੁਐਸਚਨ ਹੈ, ਪਹਿਲਾਂ ਵਾਲਿਆਂ ਦੇ ਕੁਐਸਚਨ ਦੀ ਤਰ੍ਹਾਂ ਨਹੀਂ ਹੈਗਾ। ਤਾਂ ਧਿਆਨ ਨਾਲ ਦੇਖੋ, ਪਹਿਲੇ 3 ਦੇ ਉੱਪਰ ਕਨਸੈਂਟਰੇਟ ਕਰੋ, SEL ਦੇ ਉੱਪਰ ਹੀ ਸਿਰਫ। ਦੇਖੋ S ਤੋਂ ਅਗਲਾ ਜਿਹੜਾ ਸਾਡੇ ਕੋਲੇ ਲੈਟਰ ਹੁੰਦਾ T ਹੁੰਦਾ, RST ਆਪਾਂ ਪੜ੍ਹਦੇ ਹਾਂ ਨਾ ਇੰਗਲਿਸ਼ ਦੇ ਵਿੱਚ। L ਤੋਂ ਬਾਅਦ ਕੀ ਹੁੰਦਾ M, ਔਰ ਇਸੇ ਤਰ੍ਹਾਂ E ਤੋਂ ਬਾਅਦ F। ਤਾਂ ਪਹਿਲੇ 3 ਨੂੰ ਕੋਡਿੰਗ ਕਰਦੇ ਹਾਂ। P ਤੋਂ ਬਾਅਦ ਦੇਖੋ ਕੀ ਹੋਊਗਾ PQ, ਇੱਥੇ ਲਿਖਣਾ ਉਹ। I ਤੋਂ ਬਾਅਦ ਕੀ ਹੋਊਗਾ J, ਔਰ R ਤੋਂ ਬਾਅਦ ਕੀ ਹੋਊਗਾ S, ਉਹਨੂੰ ਵਿਚਾਲੇ ਲਿਖਣਾ। ਤਾਂ ਪਹਿਲੇ 3 ਹੋ ਗਏ JSQ। ਤਾਂ ਦੇਖੋ ਸੈਕਿੰਡ ਆਪਸ਼ਨ ਦੇ ਵਿੱਚ JSQ ਹੈਗਾ ਅੱਗੇ, ਬਾਕੀ ਕਿਸੇ ਦੇ ਵਿੱਚ ਨਹੀਂ ਹੈਗਾ। ਤਾਂ ਇਹੀ ਸਾਡਾ ਆਨਸਰ ਹੈ। ਅੱਗੇ ਸਾਨੂੰ ਕੁਐਸਚਨ ਕਰਨ ਦੀ ਜ਼ਰੂਰਤ ਨਹੀਂ ਆਪਾਂ, ਪਰ ਫਿਰ ਵੀ ਕਰ ਲੈਂਦੇ ਹਾਂ, ਠੀਕ ਹੈ। ਜੇ ਕਿਸੇ ਹੋਰ ਆਨਸਰ ਦੇ ਵਿੱਚ JSQ ਹੁੰਦਾ ਤਾਂ ਸਾਨੂੰ ਅੱਗੇ ਕੁਐਸਚਨ ਨੂੰ ਸੋਲਵ ਕਰਨਾ ਪੈਂਦਾ, ਠੀਕ ਹੈ। ਦੇਖੋ ਹੁਣ ਅਗਲੇ 3 ਦੇ ਉੱਪਰ ਕਨਸੈਂਟਰੇਟ ਕਰੋ, ਡੋਮ ਦੇ ਉੱਪਰ। D ਤੋਂ ਪਹਿਲਾਂ ਇੰਗਲਿਸ਼ ਅਲਫਾਬੈਟ ਦੇ ਵਿੱਚ, ਪਹਿਲਾਂ ਇੱਥੇ ਪਹਿਲੇ 3 ਦੇ ਵਿੱਚ ਬਾਅਦ ਦੀ ਗੱਲ ਹੋ ਰਹੀ ਸੀ, ਹੁਣ ਪਹਿਲਾਂ ਦੀ। D ਤੋਂ ਪਹਿਲਾਂ ਕੀ ਹੁੰਦਾ C ਹੁੰਦਾ। ਤਾਂ ਇਸੇ ਤਰ੍ਹਾਂ N ਤੋਂ ਪਹਿਲਾਂ ਕੀ ਹੋਊਗਾ M, ਠੀਕ। ਲਾਸਟ 'ਚ ਦੇਖੋ ਇੱਧਰ ਡੋਮ ਦੇ ਵਿੱਚ M ਤੋਂ ਪਹਿਲਾਂ ਕੀ ਹੈ L, M ਤੋਂ ਪਹਿਲਾਂ ਕੀ ਹੈ L। ਤਾਂ ਇਸੇ ਤਰ੍ਹਾਂ E ਤੋਂ ਪਹਿਲਾਂ ਕੀ ਹੋਊਗਾ D, O ਤੋਂ ਪਹਿਲਾਂ ਕੀ ਹੁੰਦਾ ਹੈਗਾ N ਹੁੰਦਾ। ਤਾਂ C ਤੋਂ ਪਹਿਲਾਂ ਕੀ ਹੋਊਗਾ B ਹੋਊਗਾ। ਤਾਂ ਸਾਡਾ ਜਿਹੜਾ ਆਨਸਰ ਹੈ ਕੀ ਬਣ ਗਿਆ JSQDBM। ਤਾਂ ਇਹ ਸਾਡਾ ਰਾਈਟ ਆਨਸਰ ਸੀ। 4th ਕੁਐਸਚਨ ਦੇਖਦੇ ਹਾਂ ਕੀ ਹੈ, ਇਹਨੂੰ ਸਕਰੋਲ ਕਰ ਦਿੰਦੇ ਉੱਪਰ ਨੂੰ। ਦੇਖੋ 4th ਕੁਐਸਚਨ ਹੈ ਇਫ ਗ੍ਰੇਟ ਇਜ਼ ਰਿਟਨ ਐਜ, ਗ੍ਰੇਟ ਨੂੰ ਕੀ ਲਿਖਿਆ ਜਾਂਦਾ ਹੈ BVVCS ਹਾਊ ਵਿਲ ਅੰਟਿਲ ਬੀ ਰਿਟਨ ਹੈ। ਤਾਂ ਅੰਟਿਲ ਨੂੰ ਕੀ ਲਿਖਿਆ ਜਾਊਗਾ, ਇਹ ਸਾਡਾ ਕੁਐਸਚਨ ਹੈ। ਚਲੋ ਆਪਾਂ ਲਿਖਦੇ ਹਾਂ। ਦੇਖੋ ਪਹਿਲਾਂ ਲਿਖਿਆ ਗ੍ਰੇਟ GREAT, ਗ੍ਰੇਟ ਨੂੰ ਕੀ ਲਿਖਿਆ ਹੋਇਆ, ਦੇਖੋ ਗ੍ਰੇਟ ਨੂੰ ਲਿਖਿਆ ਹੋਇਆ BV, ਫਿਰ B, ਫਿਰ C ਔਰ S। ਇੰਗਲਿਸ਼ ਅਲਫਾਬੈਟ ਦੇ ਵਿੱਚ G ਦਾ ਨੰਬਰ ਕਿੰਨਾ ਹੁੰਦਾ 7। ਤਾਂ ਕਿਵੇਂ ਯਾਦ ਰੱਖਣ ਦਾ ਤਰੀਕਾ ਕੀ ਹੈ, ਦੇਖੋ G ਦੀ ਸ਼ੇਪ ਇਸ ਤਰੀਕੇ ਨਾਲ ਹੁੰਦੀ ਹੈ ਔਰ ਉਸ ਦੇ ਵਿੱਚ ਆ 7 ਬਣਿਆ ਹੋਇਆ। ਤਾਂ ਇੱਥੋਂ ਤੁਸੀਂ ਆਸਾਨੀ ਨਾਲ ਯਾਦ ਰੱਖ ਸਕਦੇ ਹੋ G7। ਔਰ B ਦਾ ਕੀ ਹੁੰਦਾ 2, ਠੀਕ। R ਦਾ ਕਿੰਨਾ ਹੁੰਦਾ ਹੈਗਾ, R ਸਾਡੇ ਕੋਲ ਹੁੰਦਾ 18, ਔਰ V ਦਾ ਹੁੰਦਾ 21, ਸੌਰੀ 22। ਤਾਂ U ਔਰ V ਨੂੰ ਯਾਦ ਰੱਖਣ ਦਾ ਤਰੀਕਾ UV ਯੁਵਰਾਜ ਸਿੰਘ, ਉਸਨੇ ਜਿਹੜੀ ਕ੍ਰਿਕਟ ਹੈ ਉਹ 21 ਤੋਂ 22 ਸਾਲ ਦੇ ਵਿੱਚ, ਯਾਨੀ 21.5 ਸਾਲ ਦੀ ਉਮਰ ਦੇ ਵਿੱਚ ਖੇਡਣਾ ਸ਼ੁਰੂ ਕੀਤਾ ਸੀ। ਤਾਂ ਇੱਥੋਂ ਤੁਸੀਂ ਯਾਦ ਰੱਖਣਾ ਹੈ UV ਨੇ ਜਿਹੜਾ ਇੰਟਰਨੈਸ਼ਨਲ ਆਪਣਾ ਕੈਰੀਅਰ ਸੀਗਾ ਕ੍ਰਿਕਟ ਦਾ, ਕਦੋਂ ਸ਼ੁਰੂ ਕੀਤਾ ਸੀ 21 ਤੋਂ 22 ਸਾਲ ਦੇ ਵਿੱਚ। ਤੁਸੀਂ ਇਸ ਤਰੀਕੇ ਨਾਲ ਇਸ ਨੂੰ ਯਾਦ ਰੱਖੋ। ਤਾਂ V ਦਾ ਕਿੰਨਾ ਬਣ ਗਿਆ 22। E ਦਾ ਕਿੰਨਾ ਹੁੰਦਾ ਸਾਡੇ ਕੋਲੇ 5, ਤਾਂ ਔਰ B ਦਾ ਕਿੰਨਾ ਹੁੰਦਾ 2। ਇਹ ਸਾਰੇ ਪਹਿਲਾਂ ਇਸ ਤਰੀਕੇ ਨਾਲ ਆਪਾਂ ਲਿਖ ਲੈਣੇ ਆ। A ਦਾ 1 ਹੁੰਦਾ, C ਦਾ 3 ਹੁੰਦਾ, T 20 ਯਾਦ ਰੱਖੋਗੇ 20 ਹੁੰਦਾ, S ਦਾ ਹੁੰਦਾ 19, ਠੀਕ। ਤਾਂ ਤੁਸੀਂ ਧਿਆਨ ਨਾਲ ਦੇਖਦੇ ਹਾਂ ਜਿੰਨੇ ਸਾਡੇ ਕੋਲੇ ਆਨਸਰ ਦਿੱਤੇ ਹੋਏ ਆ ਉਹਨਾਂ ਦੇ ਵਿੱਚ ਧਿਆਨ ਨਾਲ ਦੇਖੋ। G ਤੋਂ ਆਪਾਂ ਬਣਿਆ ਹੋਇਆ ਸਾਡੇ ਕੋਲੇ ਹੁਣ B ਕਿਵੇਂ ਬਣਿਆ 5 ਮਾਈਨਸ ਹੋ ਕੇ, ਠੀਕ ਹੈ। ਪਹਿਲਾਂ ਆਪਾਂ ਦੇਖਣਾ ਵੀ ਕਿਸ ਤਰੀਕੇ ਨਾਲ ਇਹ ਬਣੇ ਹੋਏ ਆ, ਉਸੇ ਤਰੀਕੇ ਨਾਲ ਆਪਾਂ ਅੱਗੇ ਕਰਾਂਗੇ। 18 ਤੋਂ ਕਿੰਨਾ ਦੇ ਵਿੱਚ ਕਿੰਨਾ ਪਲੱਸ ਹੋਇਆ ਇੱਥੇ 4, 18 ਦੇ 4 22, 5 ਤੋਂ 2 ਬਣਿਆ ਕਿੰਨਾ ਹੋ ਗਿਆ 3 ਮਾਈਨਸ ਹੋ ਗਿਆ। ਆਪਾਂ ਇੱਕ ਵਾਰ ਆਨਸਰ ਦੇਖਦੇ ਹਾਂ ਕਿੰਨਾ ਆਉਣਾ ਚਾਹੀਦਾ। ਦੇਖੋ ਅਨਟਿਲ ਨੂੰ ਲਿਖਿਆ ਮੈਂ ਅਨਟਿਲ, ਸਭ ਤੋਂ ਪਹਿਲਾਂ ਕੀ ਹੈ U ਦਾ ਜਿਹੜਾ ਨੰਬਰ ਹੁੰਦਾ ਉਹ 21 ਹੁੰਦਾ ਹੈ। ਪਹਿਲੇ ਦੇ ਵਿੱਚ ਆਪਾਂ 5 ਮਾਈਨਸ ਕਰਨਾ, 21 ਚੋਂ ਜੇ ਅਸੀਂ 5 ਘਟਾ ਦਾਂਗੇ ਤਾਂ ਕਿੰਨਾ ਆ ਗਿਆ 16। ਤਾਂ 16 ਕਿਸ ਦਾ ਹੁੰਦਾ P ਦਾ, ਠੀਕ। ਇਸੇ ਤਰ੍ਹਾਂ N ਦਾ ਹੁੰਦਾ 14, ਫਿਰ ਇੱਥੇ ਅਸੀਂ 4 ਜੋੜਨਾ ਕਿਉਂਕਿ ਦੂਸਰੇ ਲੈਟਰ ਦੇ ਵਿੱਚ ਕਿੰਨਾ ਜੁੜਿਆ ਹੋਇਆ ਦੇਖੋ 4 ਜੁੜਿਆ ਹੋਇਆ ਹੈਗਾ।
ਜਦੋਂ ਇੱਥੇ ਅਸੀਂ 4 ਜੋੜਿਆ 14 4 ਕਿੰਨਾ ਹੋ ਗਿਆ 18। 18 ਕਿਸ ਦਾ ਹੁੰਦਾ ਹੈਗਾ ਆਰ ਦਾ। 18 ਕਿਸ ਦਾ ਹੁੰਦਾ ਆਰ ਦਾ। ਇਸੇ ਤਰ੍ਹਾਂ ਅੱਗੇ ਆ ਗਿਆ ਟੀ ਦਾ ਹੁੰਦਾ 20। ਟੀ ਦਾ ਕਿੰਨਾ ਹੁੰਦਾ 20। ਫਿਰ ਅੱਗੇ 3 ਮਾਈਨਸ ਕੀਤਾ ਕਿੰਨਾ ਆ ਗਿਆ 17। ਔਰ 17 ਕਿਸ ਦਾ ਹੁੰਦਾ ਹੈਗਾ ਕਿਊ। ਤਾਂ ਪੀ ਆਰ ਕਿਊ ਦੇਖੋ ਕਿਸੇ ਦੇ ਵਿੱਚ ਹੈ ਸੈਕੰਡ ਆਪਸ਼ਨ ਦੇ ਵਿੱਚ ਹੈਗਾ ਪੀ ਆਰ ਕਿਊ, ਹੋਰ ਕਿਸੇ ਦੇ ਵਿੱਚ ਨਹੀਂ ਹੈਗਾ। ਇੱਥੇ ਨਹੀਂ ਹੈਗਾ, ਪਹਿਲੇ ਦੇ ਵਿੱਚ, ਸੈਕੰਡ 'ਚ ਵੀ ਨਹੀਂ ਹੈਗਾ, ਫੋਰਥ ਦੇ ਵਿੱਚ ਨਹੀਂ ਹੈਗਾ। ਅੱਗੇ ਕੁਐਸਚਨ ਕਰਨ ਦੀ ਸਾਨੂੰ ਜ਼ਰੂਰਤ ਨਹੀਂ ਹੈਗੀ, ਇਹ ਸਾਡਾ ਆਨਸਰ ਆ ਚੁੱਕਿਆ ਇੱਥੇ। ਤਾਂ ਚਲੋ ਚੱਲਦੇ ਹਾਂ ਅਗਲੇ ਕੁਐਸਚਨ ਦੀ ਤਰਫ। 5ਵਾਂ ਕੁਐਸਚਨ ਦੇਖੋ ਕੀ ਹੈ, ਇਫ ਅਪੋਜਿਟ ਇਜ ਰਿਟਨ ਐਜ, ਤਾਂ ਅਪੋਜਿਟ ਨੂੰ ਕੀ ਲਿਖਿਆ ਹੋਇਆ ਹੈ, ਅਪੋਜਿਟ ਨੂੰ ਇਸ ਤਰੀਕੇ ਨਾਲ ਲਿਖਿਆ ਜਾਂਦਾ ਕਹਿੰਦੇ ਹਾਊ ਵਿਲ ਸਟ੍ਰੇਟ ਵੀ ਰਿਟਨ ਐਜ। ਤਾਂ ਸਟ੍ਰੇਟ ਨੂੰ ਅਸੀਂ ਕਿਸ ਤਰੀਕੇ ਨਾਲ ਲਿਖਾਂਗੇ, ਪਹਿਲਾਂ ਅਸੀਂ ਲਿਖਦੇ ਹਾਂ ਅਪੋਜਿਟ ਨੂੰ। ਅਪੋਜਿਟ ਅਸੀਂ ਅਪੋਜਿਟ ਨੂੰ ਲਿਖ ਰਹੇ ਹਾਂ, ਕੀ ਲਿਖਿਆ NO Q P T J S ਔਰ D ਇਹ ਲਿਖਿਆ। ਤਾਂ ਜਿਹੜੇ ਆਨਸਰ ਹੈ ਨਾ ਉਹਨਾਂ ਦੇ ਵਿੱਚ ਅਸੀਂ ਧਿਆਨ ਨਾਲ ਦੇਖੀਏ RSS ਸਾਰਿਆਂ ਦੇ ਵਿੱਚ ਹੀ ਹੈ। ਪਹਿਲੇ 3 'ਚ ਵੀ RSS ਹੈ, ਇੱਥੇ ਵੀ RSS ਹੈ, ਇੱਥੇ ਵੀ RSS ਹੈ, ਇੱਥੇ ਵੀ RSS ਹੈ, ਇੱਥੇ ਵੀ। ਤਾਂ ਪਹਿਲੇ 3 ਨੂੰ ਅਸੀਂ ਦੇਖਣ ਦੀ ਲੋੜ ਹੀ ਨਹੀਂ ਸਾਨੂੰ, ਠੀਕ। ਅਸੀਂ ਪਹਿਲੇ 3 ਦੇ ਉੱਪਰ ਕੋਈ ਉਹ ਨਹੀਂ ਕਰਦੇ ਕਿਉਂਕਿ ਸਾਰਿਆਂ ਦੇ ਵਿੱਚ ਉਹ ਸੇਮ ਹੀ ਹੈ। ਔਰ ਉੱਤਰ ਸਾਨੂੰ ਕਿੱਥੋਂ ਪਤਾ ਲੱਗੂਗਾ, ਚੌਥੇ ਤੋਂ, ਠੀਕ। ਅਸੀਂ O ਤੋਂ ਦੇਖੋ, O ਦਾ ਜਿਹੜਾ ਨੰਬਰ ਹੁੰਦਾ ਹੈ 15 ਹੁੰਦਾ, P ਦਾ ਹੁੰਦਾ 16। ਤਾਂ ਇੱਥੇ 1 ਪਲੱਸ ਹੋਇਆ, ਇੱਥੇ ਕੀ ਹੋਇਆ 1 ਪਲੱਸ ਹੋਇਆ। ਇਸੇ ਤਰ੍ਹਾਂ S ਦਾ ਜਿਹੜਾ ਹੁੰਦਾ ਸਾਡੇ ਕੋਲੇ 19 ਹੁੰਦਾ, T ਦਾ 20, ਇੱਥੇ ਵੀ ਕੀ ਹੋਇਆ ਪਲੱਸ 1 ਹੋਇਆ, ਠੀਕ। ਅੱਗੇ ਫਿਰ I ਦਾ ਹੁੰਦਾ 9 ਔਰ J ਦਾ ਹੁੰਦਾ 10, ਇੱਥੇ ਵੀ ਕੀ ਹੋਇਆ ਪਲੱਸ 1 ਹੋਇਆ, ਯਾਨੀ ਪਲੱਸ 1 1 ਹੋ ਰਿਹਾ ਹੈ ਨਾ। ਤਾਂ ਹੁਣ ਦੇਖੋ ਆਪਾਂ ਸਟ੍ਰੇਟ ਨੂੰ ਲਿਖਣਾ, ਸਟ੍ਰੇਟ, ਸਟ੍ਰੇਟ STRAIGHT। ਤਾਂ ਪਹਿਲੇ 3 ਦਾ ਆਪਾਂ ਨਹੀਂ ਦੇਖਦੇ, ਕਿਉਂ, ਕਿਉਂਕਿ ਸਾਰਿਆਂ ਦੇ ਵਿੱਚ RSS ਹੀ ਆਨਸਰ 'ਚ ਦੇਖੋ RSS ਸਾਰਿਆਂ ਦੇ ਵਿੱਚ ਹੈ। ਤਾਂ ਪਹਿਲੇ 3 A ਦੇ ਵਿੱਚ ਦੇਖੋ ਕੀ ਕਰਾਂਗੇ ਆਪਾਂ +1 ਕਰਾਂਗੇ। ਚੌਥੇ ਆਪਣਾ ਜਿਹੜਾ ਚੌਥਾ ਲੈਟਰ ਹੈ ਉਹਦੇ ਵਿੱਚ 1 ਜੁੜ ਰਿਹਾ, ਤਾਂ A 'ਚ 1 ਜੋੜ ਕੇ ਕੀ ਆਊਗਾ B। ਤਾਂ ਇਹ ਕਿੱਥੇ ਹੈ ਦੇਖੋ, ਪਹਿਲੇ ਦੇ ਵਿੱਚ ਵੀ ਹੈ, ਦੂਸਰੇ 'ਚ ਵੀ ਹੈ ਔਰ ਚੌਥੇ 'ਚ ਵੀ ਹੈ। ਦੇਖੋ ਪਹਿਲੇ 'ਚ ਵੀ ਹੈ, ਦੂਸਰੇ 'ਚ ਵੀ ਹੈ, ਚੌਥੇ 'ਚ ਵੀ ਹੈ। ਹਜੇ ਆਪਣਾ ਆਨਸਰ ਨਹੀਂ ਆਇਆ, ਅੱਗੇ ਚੱਲਦੇ ਹਾਂ। ਹੁਣ ਇੱਥੇ ਕੀ ਹੈ I ਦੇ ਵਿੱਚ ਜਦੋਂ ਅਸੀਂ 1 ਜੋੜਾਂਗੇ I ਦਾ ਕਿੰਨਾ ਹੁੰਦਾ 9। I ਤੋਂ ਬਾਅਦ ਵਾਲਾ ਦੇਖੋ, I ਤੋਂ ਬਾਅਦ ਸਾਡੇ ਕੋਲ ਆ ਜਾਏਗਾ I ਦਾ ਨੰਬਰ 9 ਹੁੰਦਾ, I ਤੋਂ ਬਾਅਦ ਕੀ ਆ ਜਾਏਗਾ J। I ਦਾ ਕੀ ਬਣ ਜਾਏਗਾ J। ਤਾਂ ਦੇਖੋ J ਕਿੱਥੇ ਹੈ ਸਾਡੇ ਕੋਲ, ਇਸ ਆਪਸ਼ਨ ਪਹਿਲੇ 'ਚ ਵੀ ਹੈਗਾ ਔਰ ਚੌਥੇ 'ਚ ਵੀ ਹੈਗਾ। ਹਜੇ ਸਾਡਾ ਆਨਸਰ ਨਹੀਂ ਆਇਆ। ਫਿਰ ਆਪਾਂ G ਦੇ ਵਿੱਚ 1 ਜੋੜਦੇ ਹਾਂ ਤਾਂ ਉਹ ਕੀ ਆ ਜਾਊਗਾ H। ਤਾਂ ਦੇਖੋ ਚੌਥੇ ਦੇ ਵਿੱਚ ਸਾਡੇ ਕੋਲੇ H ਆ ਰਿਹਾ ਹੈਗਾ, ਤਾਂ ਇਹ ਸਾਡਾ ਆਨਸਰ ਹੈ, ਠੀਕ। ਜਿਹਦੇ ਵਿੱਚ ਕੀ ਆ ਰਿਹਾ, ਪਹਿਲੇ 3 ਤਾਂ RSS ਸੀ ਸਾਰਿਆਂ ਦੇ ਵਿੱਚ, ਦੇਖੋ RSS BJH ਜਿਹਦੇ ਵਿੱਚ ਆ ਰਿਹਾ ਉਹ ਸਾਡਾ ਕੀ ਹੋਊਗਾ ਆਨਸਰ ਹੋਊਗਾ। ਤਾਂ ਬਿਲਕੁਲ ਹੀ ਆਸਾਨ ਕੁਐਸਚਨ ਸੀ ਇਹ। ਤਾਂ +1 ਕਰਨਾ ਸੀ, ਤਾਂ ਉਹਦੇ ਨਾਲ ਸਾਡਾ ਆਨਸਰ ਇਹ ਆ ਗਿਆ। 6th ਕੁਐਸਚਨ ਹੈ ਸਾਡੇ ਕੋਲ, ਇਫ ਸਟੂਡੈਂਟ ਇਜ ਰਿਟਨ ਐਜ। ਦੇਖੋ ਸਟੂਡੈਂਟ ਨੂੰ ਆ ਲਿਖਿਆ ਹੋਇਆ ਸਾਡੇ ਕੋਲੇ, ਹਾਊ ਵਿਲ ਦਾ ਆਫਿਸਰ ਬੀ ਰਿਟਨ ਐਜ। ਤਾਂ ਆਫਿਸਰ ਨੂੰ ਕੀ ਲਿਖਿਆ ਜਾਊਗਾ, ਕੁਐਸਚਨ ਇਹ ਹੈ। ਤਾਂ ਜਿਹੜੇ ਸਾਡੇ ਕੋਲੇ ਆਨਸਰ ਹੈ ਦੇਖੋ ਉਹ ਸਾਰਿਆਂ ਦੇ ਵਿੱਚ ਪਹਿਲਾਂ NDE ਸਾਰਿਆਂ ਦੇ ਵਿੱਚ ਦੇਖੋ, ਆਨਸਰ ਨੂੰ ਦੇਖੋ ਪਹਿਲਾਂ ਸਾਰਿਆਂ ਦੇ ਵਿੱਚ NDE ਹੈਗਾ, NDE ਇੱਥੇ ਵੀ ਹੈਗਾ, ਇੱਥੇ ਵੀ ਹੈਗਾ, ਹੈ ਨਾ, ਸਾਰਿਆਂ ਦੇ ਵਿੱਚ ਹੀ ਹੈ ਤੱਕ ਲਗਭਗ। ਤਾਂ ਹੁਣ ਕੀ ਕਰਾਂਗੇ ਆਪਾਂ, ਪਹਿਲੇ 3 ਨੂੰ ਨਹੀਂ ਆਪਾਂ ਦੇਖਣਾ। ਦੇਖੋ ਆਪਾਂ ਮੈਂ ਇੱਕ ਵਾਰ ਲਿਖਦਾ ਪਹਿਲਾਂ ਸਟੂਡੈਂਟ ਨੂੰ ਜਿਹੜਾ ਲਿਖਿਆ ਹੋਇਆ ਪਹਿਲਾਂ ਆਪਾਂ ਉਹ ਲਿਖਦੇ ਹਾਂ RRTBDL ਔਰ S। ਤਾਂ ਪਹਿਲੇ 3 ਤੇ ਆਪਾਂ ਕੋਈ ਉਹ ਨਹੀਂ ਦੇਖਣ ਦੀ ਲੋੜ, ਕਿਉਂਕਿ ਜਿਹੜੇ ਆਨਸਰ ਹੈ ਉਹਨਾਂ ਦੇ ਵਿੱਚ ਪਹਿਲੇ 3 ਜਿਹੜੇ ਲੈਟਰ ਹੈ ਉਹ ਸਾਰਿਆਂ 'ਚ ਹੀ ਸੇਮ ਹੈ, NDE ਬਣਨਾ ਹੈਗਾ ਸਾਰਿਆਂ ਤੋਂ, ਠੀਕ ਹੈ। ਹੁਣ ਅੱਗੇ ਦੇਖੋ, ਅੱਗੇ ਜਦੋਂ D ਤੋਂ B ਬਣਾਇਆ ਤਾਂ D ਦਾ ਜਿਹੜਾ ਨੰਬਰ ਹੁੰਦਾ 4 ਹੁੰਦਾ, ਔਰ ਜਿਹੜਾ B ਦਾ ਹੁੰਦਾ ਉਹ ਹੁੰਦਾ 2। ਤਾਂ 2 ਮਾਈਨਸ ਹੋਇਆ, ਇੱਥੇ ਸਾਨੂੰ ਪਤਾ ਲੱਗਾ ਚੌਥੇ ਦੇ ਵਿੱਚ ਅਸੀਂ 2 ਮਾਈਨਸ ਕਰਾਂਗੇ। E ਦਾ 5 ਹੁੰਦਾ, D ਦਾ 4 ਹੁੰਦਾ, ਇੱਥੇ ਕਿੰਨੇ ਮਾਈਨਸ ਹੋਏ 1 ਮਾਈਨਸ ਹੋਇਆ। N ਦਾ ਹੁੰਦਾ 14 ਔਰ L ਦਾ ਕਿੰਨਾ ਹੁੰਦਾ 12। ਤਾਂ ਇੱਥੇ ਕਿੰਨਾ ਮਾਈਨਸ ਹੋਇਆ 2 ਮਾਈਨਸ ਹੋਇਆ, ਠੀਕ। ਉਹ T20 ਹੁੰਦਾ
ਔਰ S 19 ਹੁੰਦਾ ਸਾਡੇ ਕੋਲੇ, ਤਾਂ ਇੱਥੇ ਕਿੰਨਾ ਹੋਇਆ 1 ਮਾਈਨਸ ਹੋਇਆ। ਸਾਨੂੰ ਤਰੀਕਾ ਪਤਾ ਲੱਗ ਗਿਆ ਵੀ ਅਸੀਂ ਇਸ ਤਰੀਕੇ ਨਾਲ ਕੁਐਸਚਨ ਨੂੰ ਕਰਨਾ। ਹੁਣ ਆਪਾਂ ਨੂੰ ਕੀ ਪੁੱਛਿਆ ਹੋਇਆ ਕੁਐਸਚਨ ਦੇ ਵਿੱਚ, ਆਫਿਸਰ ਨੂੰ ਲਿਖਣਾ ਹੈ, ਆਫਿਸਰ। ਠੀਕ, 6ਵਾਂ ਕੁਐਸਚਨ ਕਰ ਰਹੇ ਹਾਂ ਆਪਾਂ। ਆਫਿਸਰ ਨੂੰ ਕੀ ਲਿਖਾਂਗੇ ਆਪਾਂ, ਪਹਿਲੇ 3 ਨੂੰ ਅਸੀਂ ਨਹੀਂ ਦੇਖਣਾ। I ਤੋਂ ਚੌਥੇ ਦੇ ਵਿੱਚ ਦੇਖੋ ਕੀ ਹੋਇਆ ਸੀ, 2 ਮਾਈਨਸ ਹੋਇਆ ਸੀ। I ਦਾ 9 ਹੁੰਦਾ, ਅਸੀਂ 2 ਮਾਈਨਸ ਕਰਿਆ ਕੀ ਆ ਜੂਗਾ 7। ਠੀਕ ਹੈ, ਤਾਂ ਇਸ ਦੇ ਨਾਲ ਕੀ ਬਣੂਗਾ G। 7ਵਾਂ ਕਿਸ ਦਾ ਨੰਬਰ ਹੁੰਦਾ ਹੈ, G ਦਾ। ਔਰ C ਦਾ ਕਿੰਨਾ ਸੀ ਸਾਡੇ ਕੋਲ, ਦੇਖੋ 3, ਔਰ ਅਗਲੇ ਦੇ ਵਿੱਚ ਅਸੀਂ 1 ਮਾਈਨਸ ਕਰਨਾ। ਜਦੋਂ ਇੱਥੋਂ 1 ਮਾਈਨਸ ਕਰਾਂਗੇ ਤਾਂ ਕੀ ਬਣ ਜੂਗਾ B। ਤਾਂ ਸਾਡਾ ਆਨਸਰ ਕੀ ਹੋਊਗਾ, ਜਿਸ ਦੇ ਵਿੱਚ GB ਹੈ। ਤਾਂ ਦੇਖੋ ਸੈਕੰਡ ਆਪਸ਼ਨ ਦੇ ਵਿੱਚ GB ਹੈ। ਪਹਿਲੇ ਤਾਂ 3 ਸੇਮ ਹੀ ਸੀ, ਦੇਖੋ ਮੈਂ ਤੁਹਾਨੂੰ ਦੱਸਿਆ ਸੀ NDE ਤਾਂ ਸਾਰਿਆਂ ਦੇ ਵਿੱਚ ਹੀ ਹੈ, ਸਿਰਫ ਆਪਾਂ 2 ਨੂੰ ਚੈੱਕ ਕੀਤਾ ਅਗਲੇ ਨੂੰ ਹਜੇ। ਤਾਂ ਦੇਖੋ GB ਇਹਦੇ ਵਿੱਚ ਆ ਰਿਹਾਗਾ ਸੈਕੰਡ ਦੇ ਵਿੱਚ, ਹੋਰ ਕਿਸੇ ਦੇ ਵਿੱਚ ਨਹੀਂ ਆ ਰਿਹਾ। ਤਾਂ ਇਹ ਸਾਡਾ ਆਨਸਰ ਬਣੂ। ਅੱਗੇ ਸਾਨੂੰ ਕਰਨ ਦੀ ਕੁਐਸਚਨ ਨਹੀਂ, ਅਸੀਂ ਵੱਧ ਤੋਂ ਵੱਧ ਟਾਈਮ ਨੂੰ ਬਚਾਉਣਾ ਹੈ, ਤਾਂ ਕਿ ਅਸੀਂ ਸਾਰੇ ਪੇਪਰ ਨੂੰ, ਜਦੋਂ ਵੀ ਕੰਪੀਟੀਸ਼ਨ ਦਾ ਕੋਈ ਪੇਪਰ ਹੁੰਦਾ ਬੇਟਾ, ਉਸ ਦੇ ਵਿੱਚ ਟਾਈਮ ਬਹੁਤ ਘੱਟ ਹੁੰਦਾ ਔਰ ਕੁਐਸਚਨ 'ਚ ਬਹੁਤ ਜ਼ਿਆਦਾ ਹੁੰਦੇ, ਚਾਹੇ ਉਹ ਕੋਈ ਜੋਬ ਨਾਲ ਓਰੀਐਂਟਡ ਹੋਵੇ ਜਾਂ ਕਿਸੇ ਤੁਸੀਂ ਟੈਸਟ ਦੀ ਤਿਆਰੀ ਕਰ ਰਹੇ ਹੋ। ਕਿਸੇ ਵੀ ਜਦੋਂ ਤੁਸੀਂ ਕੰਪੀਟੀਸ਼ਨ ਟੈਸਟ ਦੀ ਤਿਆਰੀ ਕਰਦੇ ਹੋ ਤਾਂ ਜਿਹੜਾ ਟਾਈਮ ਹੁੰਦਾ ਉਸ ਨੂੰ ਅਸੀਂ ਜ਼ਰੂਰ ਧਿਆਨ ਵਿੱਚ ਰੱਖਣਾ ਹੁੰਦਾ, ਅਸੀਂ ਘੱਟ ਤੋਂ ਘੱਟ ਟਾਈਮ ਦੇ ਵਿੱਚ ਕੁਐਸਚਨ ਨੂੰ ਕਰਨਾ ਹੁੰਦਾ। ਠੀਕ, ਤਾਂ ਇਹ ਸਾਡਾ ਆਨਸਰ ਸੀ। ਹੁਣ ਆਪਾਂ 7ਵਾਂ ਕੁਐਸਚਨ ਕਰਦੇ ਹਾਂ। 7ਵਾਂ ਕੁਐਸਚਨ ਦੇਖੋ ਕੀ ਹੈਗਾ, ਇੱਕ ਵਾਰ ਮੈਂ ਇਸ ਨੂੰ ਡਿਲੀਟ ਕਰ ਦੇਣਾ। ਹਾਂ, ਤਾਂ ਕੁਐਸਚਨ ਸਾਡੇ ਕੋਲ ਹੈ, ਇਫ ਫਰੈਂਡ ਇਜ ਰਿਟਨ ਐਜ, ਦੇਖੋ ਫਰੈਂਡ ਨੂੰ ਕੀ ਲਿਖਿਆ ਹੋਇਆ ਹੈਗਾ, ਫਰੈਂਡ ਨੂੰ ਲਿਖਿਆ ਹੋਇਆ ਹੈਗਾ HVKIPH। ਤਾਂ ਸਕੂਲ ਨੂੰ ਕੀ ਲਿਖਿਆ ਜਾਊ, ਕੁਐਸਚਨ ਇਹ ਹੈ। ਫਰੈਂਡ ਨੂੰ ਕੀ ਲਿਖਿਆ ਹੋਇਆ ਹੈਗਾ HVKIPH, ਤਾਂ ਸਕੂਲ ਦਾ ਪੁੱਛਿਆ ਹੋਇਆ, ਸਕੂਲ ਵੀ ਰਿਟਨ ਹੈ, ਤਾਂ ਸਕੂਲ ਨੂੰ ਕੀ ਲਿਖਿਆ ਜਾਊਗਾ। ਤਾਂ ਦੇਖੋ ਇਹਦੇ ਜਿਹੜਾ ਆਨਸਰ ਹੈ ਨੈਕਸਟ ਪੇਜ ਦੇ ਉੱਪਰ ਹੈ, ਉੱਥੇ ਆਪਾਂ ਡਿਸਕਸ ਕਰਦੇ ਹਾਂ। ਦੇਖੋ ਫਰੈਂਡ ਨੂੰ ਕੀ ਲਿਖਿਆ ਹੋਇਆ, ਪਹਿਲਾਂ FRI, ਇੱਕ ਮਿੰਟ, FRIEND, ਫਰੈਂਡ। ਤਾਂ ਫਰੈਂਡ ਨੂੰ ਕੀ ਲਿਖਿਆ ਹੋਇਆ ਹੈਗਾ HVKIPH। ਜਿਹੜੇ ਆਨਸਰ ਹੈ ਉਸ ਦੇ ਵਿੱਚ ਦੇਖੋ UG ਸਾਰਿਆਂ ਦੇ ਵਿੱਚ ਹੀ ਹੈ, ਪਹਿਲੇ ਦੇ ਵਿੱਚ ਵੀ ਹੈ, ਦੂਸਰੇ 'ਚ ਵੀ ਹੈ, ਤੀਸਰੇ 'ਚ ਵੀ ਹੈ। ਤਾਂ ਪਹਿਲੇ 2 ਨੂੰ ਚੈੱਕ ਕਰਨ ਦੀ ਸਾਨੂੰ ਜ਼ਰੂਰਤ ਨਹੀਂ ਹੈਗੀ, ਅਸੀਂ ਤੀਸਰੇ ਨੂੰ ਦੇਖਦੇ ਹਾਂ। I ਦਾ ਦੇਖੋ 9 ਹੁੰਦਾ ਹੈ ਔਰ K ਦਾ 11 ਹੁੰਦਾ ਹੈ, ਸਾਨੂੰ ਪਤਾ 2 ਜੋੜੇ ਹੋਏ ਇੱਥੇ। ਠੀਕ, ਇਸੇ ਤਰ੍ਹਾਂ ਜੇ ਅਸੀਂ E ਦੀ ਗੱਲ ਕਰੀਏ, E ਦਾ 5 ਹੁੰਦਾ, I ਦਾ 9 ਹੁੰਦਾ, ਇੱਥੇ ਕਿੰਨੇ ਜੋੜੇ ਹੋਏ 4। ਠੀਕ ਹੈ, ਅੱਗੇ N ਦਾ ਦੇਖੋ ਫਿਰ ਉਸੇ ਤਰ੍ਹਾਂ 14, P ਦਾ 16, 2 ਜੋੜੇ ਹੋਏ ਹੈ, ਪਲੱਸ 2 ਹੋਇਆ। ਚਲੋ ਹੁਣ ਆਪਾਂ ਕਿਸ ਨੂੰ ਲਿਖਣਾ ਸੀ, ਆਪਾਂ ਉਹਨੂੰ ਦੇਖਦੇ ਹਾਂ। ਸਕੂਲ ਨੂੰ ਕਿਹਾ ਸੀ ਸਾਨੂੰ, ਸਕੂਲ ਦਾ ਆਨਸਰ ਕਿਸ ਦਾ ਦੇਖਣਾ ਸੀ, ਸਕੂਲ। ਪਹਿਲੇ ਦੇਖੋ 2 ਤਾਂ ਅਸੀਂ ਦੇਖਣਾ ਹੀ ਨਹੀਂ, ਕਿਉਂਕਿ ਇਹਦਾ ਤਾਂ ਸਾਨੂੰ ਪਤਾ ਹੀ ਹੈ UG1 ਹੈ, ਸਾਰੇ ਆਨਸਰ ਦੇ ਵਿੱਚ ਹੀ ਹੈਗਾ। H ਦੇਖੋ ਤੀਸਰੇ ਲੈਟਰ ਦੇ ਵਿੱਚ ਕੀ ਕੀਤਾ ਸੀ, H ਦਾ 8 ਹੁੰਦਾ ਹੈ, H ਦਾ ਕੀ ਹੁੰਦਾ 8, ਅਸੀਂ 2 ਜੋੜਨਾ, ਕਿਉਂਕਿ ਦੇਖੋ ਉੱਪਰ ਜਿਹੜਾ ਕੋਡ ਕੀਤਾ ਹੋਇਆ ਸੀ ਇਹਦੇ ਵਿੱਚ 2 ਜੋੜੇ ਹੋਏ ਆ ਨਾ, ਤਾਂ ਅਸੀਂ 8 'ਚ 2 ਜੋੜੇ 10, ਤਾਂ 10 ਕਿਸ ਦਾ ਹੁੰਦਾ ਹੈਗਾ, J ਦਾ। ਤਾਂ ਆਨਸਰ UGJ ਵਾਲਾ ਹੋਊਗਾ। ਦੇਖੋ ਪਹਿਲਾ ਔਰ ਦੂਸਰਾ ਇਹਨਾਂ ਦੋਨਾਂ 'ਚੋਂ ਇੱਕ ਹੋਊਗਾ। ਠੀਕ ਹੈ, ਅੱਗੇ ਚਲੋ O ਦੇਖੋ, O ਕਿੰਨਾ ਹੁੰਦਾ 15, ਚੌਥੇ ਦੇ ਵਿੱਚ ਕਿੰਨਾ ਜੋੜਿਆ ਹੋਇਆ ਉੱਪਰ 4, 15 4 ਜੋੜੇ 19, 19 ਕਿਸ ਦਾ ਹੁੰਦਾ, 19 ਦਾ ਕੀ ਬਣੂਗਾ ਸਾਡੇ ਕੋਲ S। ਤਾਂ ਦੇਖੋ UGJS, ਤਾਂ ਪਹਿਲਾ ਆਪਸ਼ਨ ਤੁਸੀਂ ਦੇਖੋਗੇ ਮੈਚ ਕਰ ਰਿਹਾਗਾ, ਹੋਰ ਕਿਸੇ ਦੇ ਵਿੱਚ ਨਹੀਂ ਬਣ ਰਿਹਾ, UGJS ਇਸੇ ਦੇ ਵਿੱਚ ਹੀ ਬਣ ਰਿਹਾ ਨਾ। ਤਾਂ ਬਸ ਅੱਗੇ ਕੁਐਸਚਨ ਕਰਨ ਦੀ ਸਾਨੂੰ ਜ਼ਰੂਰਤ ਨਹੀਂ ਹੈ, ਸਾਡਾ ਕੀ ਹੈਗਾ ਆਨਸਰ, ਬਿਲਕੁਲ ਆਸਾਨ ਸੀ। ਅੱਗੇ 8th ਕੁਐਸਚਨ ਦੇਖੋ ਕੀ ਹੈ। 8th ਕੁਐਸਚਨ ਦੇ ਵਿੱਚ ਸਾਡੇ ਕੋਲ ਹੈ, ਇਫ ਰੰਜਨ ਇਜ ਰਿਟਨ ਐਜ, ਦੇਖੋ ਰੰਜਨ ਨੂੰ ਇਸ ਤਰੀਕੇ ਨਾਲ ਲਿਖਿਆ ਜਾਂਦਾ ਹੈ, ਤਾਂ ਕਹਿੰਦੇ ਫਰਾਂਸ ਨੂੰ ਕਿਸ ਤਰੀਕੇ ਨਾਲ ਲਿਖਿਆ ਜਾਊਗਾ। ਤਾਂ ਦੇਖੋ ਰੰਜਨ ਨੂੰ, ਰੰਜਨ RANJAN, ਰੰਜਨ ਨੂੰ ਲਿਖਿਆ ਗਿਆ ARNJNA, ਰੰਜਨਾ। ਤਾਂ ਕੀ ਹੋਇਆ, ਬਿਲਕੁਲ ਸਿੰਪਲ ਜੀ ਗੱਲ ਹੈ,
ਪੈਟਰਨ ਕੀ ਲੱਗਿਆ, ਇਹ ਦੋਨੋਂ ਆਪਸ ਦੇ ਵਿੱਚ ਚੇਂਜ ਹੋ ਗਏ। ਆਰ ਏ ਦਾ ਕੀ ਬਣ ਗਿਆ, ਏ ਆਰ। ਉਸ ਤੋਂ ਬਾਅਦ ਐਨ ਜੇ ਆ ਜਿਹੜਾ, ਐਨ ਜੇ ਦਾ ਐਨ ਜੇ ਹੀ ਰਹਿ ਗਿਆ, ਕੋਈ ਚੇਂਜ ਨਹੀਂ ਆਇਆ। ਆ ਫਿਰ ਆਪਸ ਦੇ ਵਿੱਚ ਚੇਂਜ ਹੋਏ ਆ, ਇਹਦਾ ਕੀ ਬਣ ਗਿਆ, ਐਨ ਏ। ਤਾਂ ਇਸੇ ਤਰ੍ਹਾਂ ਜਦੋਂ ਅਸੀਂ ਕਰਾਂਗੇ ਫਰਾਂਸ ਨੂੰ ਲਿਖਾਂਗੇ ਫਰਾਂਸ, ਸੇਮ ਪੈਟਰਨ ਅਸੀਂ ਲਾਵਾਂਗੇ ਜਿਹੜਾ ਉੱਪਰ ਲੱਗਿਆ। ਪਹਿਲੇ ਦੋ ਨੂੰ ਅਸੀਂ ਆਪਸ 'ਚ ਬਦਲਾਂਗੇ, ਇਹ ਬਣ ਜੂਗਾ ਆਰ ਐਫ। ਦੂਸਰੇ ਜਿਹੜੇ ਵਿਚਕਾਰਲੇ ਆ ਇਹਨਾਂ ਦੇ ਵਿੱਚ ਕੋਈ ਚੇਂਜ ਨਹੀਂ, ਜਿਵੇਂ ਉੱਪਰ ਕੋਈ ਚੇਂਜ ਨਹੀਂ, ਇੱਥੇ ਵੀ ਕੋਈ ਚੇਂਜ ਨਹੀਂ ਕੀਤਾ ਅਸੀਂ। ਫਿਰ ਏ ਐਨ ਦਾ ਕੀ, ਇਹ ਐਨ ਏ ਬਣਿਆ ਸੀ, ਇੱਥੇ ਸੀ ਈ ਦਾ ਬਣੂਗਾ ਈ ਸੀ। ਤਾਂ ਇਹ ਆਨਸਰ ਦੇਖੋ ਕਿੱਥੇ ਮੈਚ ਕਰ ਰਿਹਾ ਹੈਗਾ, ਚਾਰ ਆਪਸ਼ਨਾਂ ਦੇ ਵਿੱਚ 8ਵਾਂ ਕੁਐਸਚਨ ਆਰ ਐਫ ਏ ਐਨ ਈ ਸੀ। ਤਾਂ ਦੇਖੋ ਸੈਕਿੰਡ ਆਪਸ਼ਨ ਦੇ ਵਿੱਚ ਇਹ ਮੈਚ ਕਰ ਰਿਹਾ। ਤਾਂ ਇਹ ਸਾਡਾ ਕੀ ਹੈਗਾ, ਆਨਸਰ ਹੈ। ਠੀਕ, ਚਲੋ 9th ਕੁਐਸਚਨ ਕਰਦੇ ਹਾਂ ਬੇਟਾ। 9th ਕੁਐਸਚਨ ਦੇ ਵਿੱਚ ਦੇਖੋ ਕੀ ਹੈਗਾ, ਇਫ ਪੋਸਟਪੋਨ ਇਜ ਰਿਟਨ ਐਜ। ਦੇਖੋ ਪੋਸਟਪੋਨ ਨੂੰ ਕੀ ਲਿਖਿਆ ਹੋਏਗਾ, ਪੋਸਟ ਆਪਾਂ ਇੱਕ ਵਾਰ ਲਿਖ ਲੈਂਦੇ ਹਾਂ, ਬਿਲਕੁਲ ਆਸਾਨੀ ਨਾਲ ਆਪਾਂ ਕੁਐਸਚਨ ਨੂੰ ਕਰ, ਇਹੀ ਲੌਜਿਕ ਲੱਗਦਾ ਹੈ। ਜੇ ਤੁਸੀਂ ਇੰਗਲਿਸ਼ ਅਲਫਾਬੈਟ ਦੇ ਜਿਹੜੇ ਨੰਬਰ ਹੈ ਉਹਨਾਂ ਨੂੰ ਯਾਦ ਰੱਖ ਲਓ ਤਾਂ ਕੁਐਸਚਨ ਤੁਸੀਂ ਬੜੀ ਈਜ਼ੀਲੀ ਘੱਟ ਟਾਈਮ ਦੇ ਵਿੱਚ ਕਰ ਸਕਦੇ ਹੋ। ਹਾਂਜੀ, ਇਹ ਲਿਖ ਲਿਆ ਆਪਾਂ। ਦੇਖੋ ਕੀ ਹੋਇਆ, ਪਹਿਲਾਂ ਇਹ ਦੋਨੋਂ ਆਪਸ 'ਚ ਚੇਂਜ ਹੋ ਗਏ। ਦੇਖੋ ਓਪੀ ਦਾ ਕੀ ਬਣ ਗਿਆ, ਪੀਓ ਦਾ ਕੀ ਬਣ ਗਿਆ, ਓਪੀ। ਉਸ ਤੋਂ ਬਾਅਦ ਇਹ ਦੋਨੋਂ ਆਪਸ 'ਚ ਚੇਂਜ ਹੋ ਗਏ, ਐਸਟੀ ਦਾ ਕੀ ਬਣ ਗਿਆ, ਟੀਐਸ। ਫਿਰ ਇਹ ਦੋਨੋਂ ਆਪਸ 'ਚ ਚੇਂਜ ਹੋ ਗਏ, ਪੀਓ ਉਸ ਦਾ ਕੀ ਬਣ ਗਿਆ, ਓਪੀ। ਐਨ ਈ ਆਪਸ 'ਚ ਚੇਂਜ ਹੋ ਗਏ, ਕੀ ਬਣ ਗਿਆ, ਈ ਐਨ। ਯਾਨੀ ਹਰ ਦੋ ਲਗਾਤਾਰ ਜੋੜੇ ਆਪਸ ਵਿੱਚ ਚੇਂਜ ਹੋ ਰਹੇ ਆ। ਤਾਂ ਹੁਣ ਪੁੱਛਿਆ ਕੀ ਸੀਗਾ, ਕੁਐਸਚਨ ਕੀ ਸੀ, ਕਹਿੰਦੇ ਰਾਜਸਥਾਨ ਨੂੰ ਕੀ ਲਿਖਿਆ ਜਾ ਸਕਦਾ ਹੈ, ਰਾਜਸਥਾਨ, ਰਾਜਸਥਾਨ, ਰਾਜਸਥਾਨ। ਬੜੀ ਆਸਾਨੀ ਨਾਲ ਕਰਾਂਗੇ। ਦੇਖੋ ਆ ਪਹਿਲੇ ਦੋ ਆਪਸ ਚੇਂਜ ਕਰੋ, ਇਹਦਾ ਬਣਾਓ ਏ ਆਰ। ਅਗਲੇ ਦੋ ਨੂੰ ਚੇਂਜ ਕਰੋ, ਇਹ ਬਣ ਗਿਆ ਏ ਜੇ। ਉਸ ਤੋਂ ਬਾਅਦ ਅਗਲੇ ਦੋ ਨੂੰ ਚੇਂਜ ਕਰੋਗੇ, ਇਹ ਬਣ ਗਿਆ ਟੀ ਐਸ। ਔਰ ਏ ਐਨ ਨੂੰ ਚੇਂਜ ਕਰੋਗੇ, ਕੀ ਬਣ ਗਿਆ, ਐਨ ਏ। ਤਾਂ ਦੇਖੋ ਐਨ ਏ ਵਾਲਾ, ਦੇਖੋ ਦੋ ਆਨਸਰ ਐਨ ਏ ਵਾਲੇ ਸੀਗੇ, ਆਹ ਵਾਲੇ। ਇਹਨਾਂ ਦੇ ਵਿੱਚ ਆਪਾਂ ਸਾਰਾ ਮਿਲਾਈਏ ਤਾਂ ਏ ਆਰ ਏ ਜੇ ਟੀ ਐਸ ਇਹਦੇ ਵਿੱਚ ਹੈ। ਤੀਸਰਾ ਆਪਸ਼ਨ ਹੈ ਜਿਹੜਾ ਉਹ ਰਾਈਟ ਆਨਸਰ ਹੈ ਸਾਡਾ। ਇਹਦੇ ਨਾਲ ਅਸੀਂ ਮੈਚ ਕਰ ਰਹੇ, ਸਾਡਾ ਏ ਆਰ ਏ ਜੇ ਟੀ ਐਸ ਐਨ ਏ। ਤਾਂ ਆਸਾਨੀ ਨਾਲ ਅਸੀਂ ਕੁਐਸਚਨ ਨੂੰ ਕੀਤਾ। ਅਗਲਾ ਕੁਐਸਚਨ 10th ਕੁਐਸਚਨ ਹੈ। ਦੇਖੋ ਇਫ ਬੈਂਗਲੋਰ ਇਜ ਰਿਟਨ ਹੈ। ਦੇਖੋ ਬੈਂਗਲੋਰ ਨੂੰ ਇਸ ਕਿਸੇ ਭਾਸ਼ਾ ਦੇ ਵਿੱਚ, ਕਿਸੇ ਕੋਡਿੰਗ ਦੇ ਵਿੱਚ ਇਸ ਤਰੀਕੇ ਨਾਲ ਲਿਖਿਆ ਜਾਂਦਾ, CZOFBKPQF। ਹਾਊ ਵਿਲ ਕੈਲਕਟਾ ਵੀ ਰਿਟਨ ਹੈ। ਤਾਂ ਕੈਲਕਟਾ ਨੂੰ ਕੀ ਲਿਖਿਆ ਜਾਊਗਾ, ਇਹ ਸਾਡਾ ਕੁਐਸਚਨ ਹੈ। ਤਾਂ ਅਸੀਂ ਕੀ ਕੀਤਾ, ਪਹਿਲਾਂ ਜਿਹੜੇ ਆਨਸਰ ਨੂੰ ਜੇ ਅਸੀਂ ਦੇਖਦੇ ਹਾਂ ਤਾਂ DZMB ਇਹ ਚਾਰੋਂ ਆਪਸ਼ਨ ਦੇ ਵਿੱਚ ਤੁਹਾਨੂੰ ਦਿਖ ਰਿਹਾ ਹੈਗਾ। ਤਾਂ ਪਹਿਲੇ ਚਾਰ ਦੇ ਉੱਪਰ ਆਪਦਾ ਦਿਮਾਗ ਲਾਉਣ ਦੀ ਤੁਹਾਨੂੰ ਲੋੜ ਨਹੀਂ ਬੇਟਾ, ਟਾਈਮ ਬਚਾਉਣਾ ਅਸੀਂ। ਤਾਂ ਦੇਖੋ ਪਹਿਲਾਂ ਮੈਂ ਲਿਖ ਰਿਹਾ ਬੈਂਗਲੌਰ, BANGALORE, ਇਹ ਮੈਂ ਲਿਖ ਲਿਆ। ਉਹਨੂੰ ਲਿਖਿਆ ਕੀ ਗਿਆ ਕਿਸੇ ਭਾਸ਼ਾ ਦੇ ਵਿੱਚ, CZOF, ਫਿਰ ਹੈ BKPQF, ਇਹ ਲਿਖਿਆ ਗਿਆ। ਇਹਨੂੰ ਪੁੱਛਿਆ ਕਿਸ ਦਾ ਹੋਇਆ, ਕੈਲਕਟਾ ਦਾ, CALCUTA, ਇਹਦਾ ਸਾਨੂੰ ਪੁੱਛਿਆ ਹੋਇਆ। ਠੀਕ, ਤਾਂ ਦੇਖੋ B ਤੋਂ C, ਪਹਿਲੇ ਚਾਰ ਤਾਂ ਅਸੀਂ ਦੇਖਣੇ ਹੀ ਨਹੀਂ, ਪਹਿਲੇ ਚਾਰ ਦੇ ਉੱਪਰ ਅਸੀਂ ਦਿਮਾਗ ਨਹੀਂ ਲਾਉਣਾ, ਕਿਉਂਕਿ ਇਹਨਾਂ ਦਾ ਕੀ ਬਣਨਾ, ਇਹਨਾਂ ਦਾ ਇਹੀ ਬਣਨਾ। ਕੀ ਬਣਨਾ ਇਹਨਾਂ ਦਾ, DZMB। ਆਨਸਰ ਦੇ ਵਿੱਚ ਇਹ ਸਾਰਿਆਂ 'ਚ ਹੀ ਹੈ, ਪਹਿਲੇ ਚਾਰ ਤੋਂ ਇਹੀ ਬਣੇਗਾ। ਅੱਗੇ ਚੱਲਦੇ ਹਾਂ, A ਤੋਂ B ਕਿਵੇਂ ਬਣਿਆ, 1 ਪਲੱਸ ਕਰਕੇ ਬਣਿਆ। ਤਾਂ ਇੱਥੇ ਅਸੀਂ U ਤੋਂ 1 ਅੱਗੇ ਜਾਵਾਂਗੇ, +1 ਕਰਾਂਗੇ। U ਤੋਂ ਬਾਅਦ 1 ਕੀ ਹੁੰਦਾ, V। ਠੀਕ, ਤਾਂ ਪਹਿਲੇ 5 ਦੇ ਵਿੱਚ ਵੀ B ਵੀ ਸੀਗਾ। ਦੇਖੋ ਆ ਵੀ ਸੀਗਾ, ਇਹਦੀ ਵੀ ਜ਼ਰੂਰਤ ਨਹੀਂ ਸੀ, ਚਲੋ ਆਪਾਂ ਕਰ ਲਿਆ। ਆ ਦੇਖੋ V ਵੀ ਸਾਰਿਆਂ ਦੇ ਵਿੱਚ ਹੀ ਸੀਗਾ। ਅੱਗੇ ਚੱਲਦੇ ਹਾਂ, ਫਿਰ L ਤੋਂ ਬਣਿਆ K। L ਤੋਂ ਕੀ ਬਣਿਆ ਸਾਡੇ ਕੋਲ, K। L ਦਾ ਦੇਖੋ 12 ਹੁੰਦਾ ਹੈ, L ਦਾ ਅੰਕ ਕਿੰਨਾ ਹੁੰਦਾ, 12। K ਦਾ ਹੁੰਦਾ 11। ਕੀ ਹੋਇਆ, 1 ਘਟ ਗਿਆ, 1 ਘਟ ਗਿਆ। ਅਹੀਂ ਅਸੀਂ T ਚੋਂ ਜੇ ਅਸੀਂ 1 ਘਟਾਈਏ, T ਚੋਂ 1 ਮਾਈਨਸ ਕਰੀਏ ਤਾਂ ਕੀ ਬਣ ਗਿਆ, S। ਅੱਗੇ ਹੈ O ਤੋਂ ਬਣਿਆ ਸਾਡੇ ਕੋਲੇ P। O ਤੋਂ ਕੀ ਬਣਿਆ ਹੋਇਆ, P, ਯਾਨੀ 1 ਪਲੱਸ ਕਰਕੇ। ਦੇਖੋ OP ਲਗਾਤਾਰ ਹੁੰਦੇ ਨਾ ਦੋਨੋਂ, O ਤੋਂ 1 ਪਲੱਸ ਕਰਕੇ P। ਅਹੀਂ T ਦੇ ਵਿੱਚ ਜੇ ਅਸੀਂ 1 ਪਲੱਸ ਕਰਦੇ ਹਾਂ, T ਦੇ ਵਿੱਚ 1 ਪਲੱਸ ਕਰਕੇ ਕੀ ਬਣੂਗਾ ਸਾਡੇ ਕੋਲੇ, U।
ਤਾਂ ਦੇਖੋ ਆਨਸਰ ਆਪਾਂ ਨੂੰ ਲਗਭਗ ਪਤਾ ਲੱਗ ਹੀ ਗਿਆ, ਜਿਸ ਦੇ ਵਿੱਚ DZMB VSU ਹੋਵੇ। ਦੇਖੋ VSU, ਦੇਖੋ VSU ਤਾਂ ਆ ਲਾਸਟ ਦੇ ਵਿੱਚ ਹੈ, ਚੌਥੇ ਆਪਸ਼ਨ ਦੇ ਵਿੱਚ ਦੇਖੋ ਕੀ ਹੈਗਾ VSU। ਠੀਕ, ਤਾਂ ਇਹ ਸਾਡਾ ਕੀ ਹੈਗਾ ਆਨਸਰ ਹੈ। ਥੋੜਾ ਜਿਹਾ ਧਿਆਨ ਨਾਲ ਕੁਐਸਚਨ ਨੂੰ ਕਰਨਾ ਹੁੰਦਾ ਹੈ, ਆਪਾਂ ਦੇਖਣਾ ਹੁੰਦਾ ਹੈ ਵੀ ਕਿੰਨਾ ਪਲੱਸ ਹੋ ਰਿਹਾ ਹੈ, ਕਿੰਨਾ ਮਾਈਨਸ ਹੋ ਰਿਹਾ। ਤਾਂ ਅਗਲਾ ਹੈ ਦੇਖੋ ਐਕਸਪਲੇਨਿੰਗ। ਇਫ ਐਕਸਪਲੇਨਿੰਗ ਇਜ ਰਿਟਨ ਐਜ, ਦੇਖੋ ਐਕਸਪਲੇਨਿੰਗ ਨੂੰ ਕਿਸੇ ਕੋਡਿੰਗ ਦੇ ਵਿੱਚ ਆ ਲਿਖਿਆ ਜਾਂਦਾ ਹੈਗਾ, ਤਾਂ ਪ੍ਰੋਡਕਸ਼ਨ ਨੂੰ ਪੁੱਛਿਆ ਹੋਇਆ ਕੀ ਲਿਖਿਆ ਜਾਊਗਾ? ਕਿਸ ਨੂੰ ਪੁੱਛਿਆ ਹੋਇਆ? ਪ੍ਰੋਡਕਸ਼ਨ ਨੂੰ। ਤਾਂ ਆਪਾਂ ਇਸ ਕੁਐਸਚਨ ਨੂੰ ਕਰਦੇ ਹਾਂ। ਪਹਿਲਾਂ ਐਕਸਪਲੇਨਿੰਗ ਨੂੰ ਕੀ ਲਿਖਿਆ ਹੋਇਆ ਦੇਖੋ, ਧਿਆਨ ਨਾਲ ਦੇਖੋ, ਇੱਕ ਵਾਰ ਸਾਰਿਆਂ ਨੂੰ ਲਿਖ ਲਿਆ ਕਰੋ। ਐਕਸਪਲੇਨਿੰਗ, ਉਸ ਤੋਂ ਲਿਖਿਆ ਕੀ ਗਿਆ, ਉਹਨੂੰ ਪੀ ਨੂੰ ਲਿਖਿਆ ਹੋਇਆ, ਈ ਨੂੰ ਪੀ, ਫਿਰ ਐਕਸ, ਫਿਰ ਈ, ਫਿਰ ਏ, ਫਿਰ ਐਲ, ਐਨ, आई, जी, एन और आई। इस तरीके ਨਾਲ ਲਿਖਿਆ ਹੋਇਆ। ਕੀ ਹੋਇਆ ਇੱਥੇ ਪੀ ਆ ਗਿਆ, ਦੇਖੋ ਪੀ ਔਰ ਈ ਇਹ ਆਪਸ ਚ ਚੇਂਜ ਹੋ ਗਏ। ਦੇਖੋ ਇੱਥੇ ਆ ਗਿਆ ਨਾ, ਇੱਥੇ ਪੀ ਆ ਗਿਆ, ਇੱਥੇ ਈ ਆ ਗਿਆ, ਐਕਸ ਸੇਮ ਰਹਿ ਗਿਆ। ਉਸ ਤੋਂ ਬਾਅਦ ਕੀ ਹੋਇਆ, ਐਲ ਏ ਆਪਸ ਚ ਚੇਂਜ ਹੋ ਗਏ, ਏ ਐਲ ਬਣ ਗਿਆ ਇਹਨਾਂ ਦਾ। ਉਸ ਤੋਂ ਬਾਅਦ आई एन है ਜਿਹੜਾ, ਇਹ ਦੋਨੋਂ ਲਗਾਤਾਰ ਇਹ ਵੀ ਬਦਲ ਗਏ, ਆਪਸ ਚ ਕੀ ਬਣ ਗਿਆ एन आई। ਉਸ ਤੋਂ ਬਾਅਦ ਜਿਹੜਾ आई और जी ਇਹ ਆਪਸ ਚ ਬਦਲ ਗਏ, ਬਣ ਗਿਆ जी ਇੱਥੇ ਆ ਗਿਆ ਔਰ आई ਉੱਥੇ ਚਲਾ ਗਿਆ ਲਾਸਟ ਤੇ। एन ਦੇ ਵਿੱਚ ਕੋਈ ਚੇਂਜ ਨਹੀਂ ਆਇਆ। ਸੇਮ ਅਸੀਂ ਇੱਥੇ ਰੂਲ ਲਾਉਣਾ ਉਹੀ, ਪ੍ਰੋਡਕਸ਼ਨ। ਪਹਿਲਾਂ ਪ੍ਰੋਡਕਸ਼ਨ ਲਿਖੋ PRODUCTION। ਪਹਿਲਾਂ ਕੀ ਕਰਨਾ ਹੈ, ਪੀ ਨੂੰ ਔਰ ओ ਨੂੰ ਆਪਸ ਚ ਚੇਂਜ ਕਰਨਾ। ओ ਇੱਥੇ ਆ ਜਾਊਗਾ, पी ਇੱਥੇ ਚਲਾ ਜਾਊਗਾ, आर सेम रह जाऊगा, तो ORP। ठीक, अगे ये दोनों आपस च बदले, DU का की बन गया UD और CT का की बन जाऊगा TC। आपस च चेंज हो गया भी दोनों। और I और N आपस च चेंज होंगे, जिमें इत्थे I ते G होया सी उपर, इत्थे N और I हो जाऊगा और O है जिहड़ा वो उस पोजीशन ते रह जाऊगा। तो जिमें उपर चेंज किए सी, नीचे भी उवें प्रोडक्शन नूं चेंज कर देना है। तो चौथा जिहड़ा ऑप्शन है देखो वो मैच कर रहा है साडे आंसर दे नाल, ये साडा की हैगा आंसर है। ठीक, चलो नैक्सट क्वेश्चन, 12th क्वेश्चन देखो कि इफ टीचिंग इज रिटन एज चीटिंग। टीचिंग नूं की लिख रहे हैं, चीटिंग लिख रहे हैं। हाउ विल द बैंकिंग बी रिटन एज, तो बैंकिंग नूं की लिखा जाऊगा? देखो टीचिंग, पहला आप लिखते हैं टीचिंग नूं की लिखिया, चीटिंग। ठीक, तो इनू क्वेश्चन नूं करन दा बिल्कुल आसान जा तो तुहानूं तरीका दसीए। अपने कोले लिखना किस नूं, आपां बैंकिंग नूं लिखना है ना, बैंकिंग। बैंकिंग नूं लिखना है। तो ध्यान नाल देखो, लास्ट वाले जिहड़े तीन साडे कोले लैटर है उन्हां दे विच कोई चेंज नहीं आया। टीचिंग नूं चीटिंग लिखिया जदों उन्हां च कोई चेंज नहीं आया, तो साडा जिहड़ा आंसर होऊगा बैंकिंग ना, तो उहदे विच भी जिहड़ा लास्ट ते की होना चाहिए NGS ही होना चाहिए, उहदे विच भी कोई चेंज नहीं होना चाहिए, उहदे विच भी की है कोई चेंज नहीं होना चाहिए। ठीक, जिवें उपर टीचिंग दा चीटिंग बनाया, लास्ट वाले जिहड़े तीन लैटर सी बेटा उसदे विच कोई चेंज नहीं होया, तो इत्थे भी की है जिहड़ा NGS है वो NGS दा NGS मिलना चाहिए सानू। तो देखो तीसरा जिहड़ा ऑप्शन है साडे कोले उस दे कल्ले दे विच ही सानू NGS मिल रहा हैगा, मिल रहा है ना NGS, यही साडा आंसर है। होर किसी दे विच NGS है नहींगा। देखो इहदे विच GNS है, ये भी साडा आंसर है नहींगा, इहदे विच भी है नहीं, इहदे विच भी है नहीं। तो ये साडा की है राइट आंसर है, बिल्कुल आसान। थोड़ा जिहा ध्यान नाल देखण दी जरूरत है। अगला जिहड़ा साडे कोले क्वेश्चन है देगा 13th क्वेश्चन दे विच बेटा की है, देखो इफ 100 इज रिटन है, तो 100 नूं कोडिंग दे विच लिखिया होया साडे कोल। ठीक, तो हाउ विल द 1000, तो 1000 का सानू पुछया होया। ध्यान नाल जे असीं देखीए पहले जिहड़े दो लैटर हैगे वो सारिਆਂ ਦੇ सेम है, आंसर दे विच इत्थे GS ही बनना है पहले दो तो। ठीक है, अगे सानू देखना पऊगा भी अगे किस तरीके नाल जिहड़ा लॉजिक लग्या होया। एन दा जे इंग्लिश अल्फाबेट दे विच असीं नंबर देखीए कितना हुंदा है 14 और M दा 13। ठीक, 14 ते 13 दोनों जोड़ देखो कितना बन रहा 27। ये रिवर्स ऑर्डर दे विच है, शुरू दे विचों जे असीं गिनदे हां तां पहले नंबर ते
A ਹੁੰਦਾ ਹੈ, ਫਿਰ B ਹੁੰਦਾ ਹੈ, ਫਿਰ C ਹੁੰਦਾ ਹੈ। ਜੇ ਅਸੀਂ ਲਾਸਟ ਤੋਂ ਕਾਊਂਟ ਕਰਦੇ ਹਾਂ ਤਾਂ ਪਹਿਲੇ ਨੰਬਰ ਤੇ Z ਹੋਊਗਾ, ਫਿਰ ਸਾਡੇ ਕੋਲੇ Y ਹੋਊਗਾ, ਫਿਰ X ਹੋਊਗਾ। ਇਸ ਤਰੀਕੇ ਨਾਲ ਉਧਰੋਂ ਕਾਊਂਟ ਕਰਦੇ ਹਾਂ ਰਿਵਰਸ ਤੋਂ, ਤਾਂ ਇਸ ਤਰੀਕੇ ਨਾਲ ਕੀਤਾ ਹੋਇਆ ਇੱਥੇ ਕਾਊਂਟ। ਠੀਕ, ਜਾਣੀ N ਦਾ ਜਿਹੜਾ ਰਿਵਰਸ ਆਰਡਰ ਆ ਉਹ ਕੀ ਹੈ, M ਹੈ 13। ਹੁਣ ਅੱਗੇ ਚੱਲਦੇ ਹਾਂ। D ਦਾ ਜਿਹੜਾ ਨੰਬਰ ਹੁੰਦਾ ਕਿੰਨਾ ਹੁੰਦਾ, 4, ਤੇ W ਦਾ 23, ਫਿਰ 27 ਜੋੜ ਬਣ ਰਿਹਾ। ਸਾਰੇ ਕਿਤੇ ਹੀ ਰੂਲ ਲੱਗਿਆ ਹੋਇਆ। ਠੀਕ ਹੈ। R ਦਾ ਸਾਡੇ ਕੋਲੇ ਹੁੰਦਾ ਹੈਗਾ ਨੰਬਰ, ਜੇ ਦੇਖੀਏ RS 18 ਔਰ I ਦਾ 9, ਤਾਂ 9 ਤੇ 18 ਫਿਰ ਕਿੰਨਾ ਬਣ ਗਿਆ ਸਾਡੇ ਕੋਲੇ 27। ਇਹਦਾ 9 ਸੀਗਾ I ਦਾ। ਤਾਂ ਇੱਥੇ ਵੀ ਉਹੀ ਪੈਟਰਨ ਲਾਉਣਾ ਆਪਾਂ। ਦੇਖੋ ਆਨਸਰ ਤੇ ਆਉਣਾ। ਹੁਣ O ਦਾ ਕਿੰਨਾ ਹੁੰਦਾ 15। ਹੁਣ ਅਸੀਂ ਜੋੜ ਬਣਾਉਣਾ 27, ਤਾਂ ਅਸੀਂ 12 ਨੰਬਰ ਤੇ ਦੇਖਣਾ ਕੀ ਹੋਊਗਾ। 12 ਨੰਬਰ ਤੇ 12 ਤੇ ਕੀ ਹੁੰਦਾ L। ਠੀਕ, ਫਿਰ ਜੇ U ਦਾ ਨੰਬਰ ਦੇਖੀਏ 21 ਹੁੰਦਾ, ਤੇ ਅਸੀਂ ਬਣਾਉਣਾ ਹੈਗਾ ਜੋੜ 27। ਹਰ ਵਾਰ ਦੇਖੋ 27 ਬਣ ਰਿਹਾ ਸੀ, ਅਸੀਂ 6 ਜੋੜ ਦੇਣਾ ਇਹਦੇ 'ਚ। 21 ਤੇ 6 27 ਹੁੰਦਾ। 6 ਤੇ ਕੀ ਹੁੰਦਾ ਸਾਡੇ ਕੋਲੇ F, ਫਿਕਸ 6। ਇਸ ਤੋਂ ਯਾਦ ਰੱਖਣ ਦਾ ਤਰੀਕਾ ਤਾਂ ਦੇਖੋ ਜੇ SLF ਵਾਲੀ ਸਾਡੇ ਕੋਲੇ ਆਨਸਰ 4 ਆਨਸਰ ਹੈ। ਹਜੇ ਅੱਗੇ ਹੋਰ ਕਰਦੇ ਹਾਂ। S ਦਾ ਜਿਹੜਾ ਨੰਬਰ ਹੁੰਦਾ ਹੈਗਾ ਉਹ ਹੁੰਦਾ 19, ਔਰ ਜੇ ਅਸੀਂ 19 'ਚ 8 ਜੋੜੀਏ 27 ਬਣਦਾ, ਤਾਂ 8ਵੇਂ ਨੰਬਰ ਤੇ ਕੀ ਹੁੰਦਾ ਸਾਡੇ ਕੋਲੇ H ਹੁੰਦਾ। ਠੀਕ, ਫਿਰ A ਦਾ ਸਾਡੇ ਕੋਲੇ ਹੁੰਦਾ ਪਹਿਲਾ ਨੰਬਰ। A ਦਾ ਕਿੰਨਾ ਹੁੰਦਾ ਪਹਿਲਾ, ਉਹਦੇ ਵਿੱਚ ਜੇ ਅਸੀਂ 26 ਜੋੜਾਂਗੇ ਫਿਰ 27 ਬਣੂ, ਉਸਦਾ ਕੀ ਆ ਜਾਊਗਾ Z। ਤਾਂ ਹੁਣ ਇਹ ਦੇਖੋ ਕਿਸ ਦੇ ਵਿੱਚ ਹੈਗਾ। ਆਹ ਦੋ ਆਨਸਰ ਹੈ ਜਿਹੜੇ ਬਿਲਕੁਲ ਮੈਚ ਕਰ ਰਹੇ ਆ ਹਜੇ ਤੱਕ। ਅਗਲੇ 'ਚ ਦੇਖਦੇ ਹਾਂ। N ਦਾ ਕਿੰਨਾ ਹੁੰਦਾ ਸਾਡੇ ਕੋਲੇ 14, ਤਾਂ 13 ਨੰਬਰ ਤੇ ਸਾਨੂੰ 14 ਤੇ 13 27 ਬਣਦਾ। 13 ਤੇ ਕਿੰਨਾ ਹੁੰਦਾ M। ਤਾਂ ਸੈਕਿੰਡ ਆਪਸ਼ਨ ਦੇ ਵਿੱਚ ਸਾਡੇ ਕੋਲੇ ਮੈਚ ਕਰ ਗਿਆ, ਕਿਉਂਕਿ ਚੌਥੇ ਦੇ ਵਿੱਚ ਅੱਗੇ W ਆ ਗਿਆ ਸੀ, ਇਸ ਕਰਕੇ ਗਲਤ ਹੈ। ਤਾਂ ਇਹ ਸਾਡਾ ਆਨਸਰ ਬਣ ਗਿਆ। ਸੈਕਿੰਡ ਆਨਸਰ ਸਾਡਾ ਕੀ ਹੈ, ਰਾਈਟ ਆਨਸਰ ਹੈ। ਚਲੋ ਅਗਲਾ ਕੁਐਸਚਨ ਦੇਖਦੇ ਹਾਂ। ਲਾਸਟ ਕੁਐਸਚਨ ਹੈ ਇਸ ਐਕਸਰਸਾਈਜ਼ ਦਾ। ਇਫ ਅਵੇਕ ਇਜ ਰਿਟਨ ਐਜ, ਅਵੇਕ ਨੂੰ ਕੀ ਲਿਖਿਆ ਜਾਂਦਾ ਹੈ ZVZ JD, ਹਾਊ ਵਿਲ ਦਾ ਫਰੈਂਡ ਵੀ ਰਿਟਨ ਐਜ। ਤਾਂ ਫਰੈਂਡ ਨੂੰ ਕੀ ਲਿਖਿਆ ਜਾਊਗਾ। ਦੇਖੋ ਅਵੇਕ ਤੋਂ ਕੀ ਲਿਖਿਆ ਹੋਇਆ, ਅਵੇਕ ਅਵੇਕ ਤੋਂ ਅਸੀਂ ਲਿਖਿਆ ਹੋਇਆ ਹੈਗਾ ZVZJD। ਤਾਂ ਕੀ ਹੋਇਆ ਦੇਖੋ, ਇੱਕ ਮਾਈਨਸ ਹੋ ਰਿਹਾ ਹਰ ਵਾਰ। A ਤੋਂ ਪਹਿਲਾਂ ਕੀ ਆਊਗਾ, ਮਾਈਨਸ ਕਰਾਂਗੇ Z। A ਤੋਂ ਪਹਿਲਾਂ ਕੁਛ ਨਹੀਂ ਹੁੰਦਾ ਵੈਸੇ ਤਾਂ, ਪਰ ਆਪਾਂ ਰਿਵਰਸ 'ਚ ਜਾਵਾਂਗੇ, ਲਾਸਟ ਵਾਂ ਡਿਜਿਟ ਲੈਟਰ ਚੱਕਾਂਗੇ Z। W ਤੋਂ ਪਹਿਲਾਂ ਕੀ ਹੁੰਦਾ V ਹੁੰਦਾ, A ਤੋਂ ਪਹਿਲਾਂ Z ਹੁੰਦਾ, K ਤੋਂ ਪਹਿਲਾਂ J ਹੁੰਦਾ, E ਤੋਂ ਪਹਿਲਾਂ ਕੀ ਹੁੰਦਾ D ਹੁੰਦਾ। ਇੱਕ ਇੱਕ ਮਾਈਨਸ ਹੋ ਰਿਹਾ। ਇਸੇ ਤਰ੍ਹਾਂ ਅਸੀਂ ਲਿਖਣਾ ਫਰੈਂਡ ਨੂੰ, ਇਸੇ ਤਰ੍ਹਾਂ ਅਸੀਂ ਕਿਸ ਨੂੰ ਲਿਖਣਾ ਫਰੈਂਡ ਨੂੰ। ਠੀਕ, F ਤੋਂ ਪਹਿਲਾਂ ਕੀ ਹੋਊਗਾ E, R ਤੋਂ ਪਹਿਲਾਂ ਕੀ ਹੋਊਗਾ Q, ਔਰ I ਤੋਂ ਪਹਿਲਾਂ ਕੀ ਹੋਊਗਾ H, E ਤੋਂ ਪਹਿਲਾਂ ਕੀ ਹੋਊਗਾ D, ਔਰ N ਤੋਂ ਪਹਿਲਾਂ ਕੀ ਹੋਊਗਾ M। ਤਾਂ ਦੇਖੋ ਕਿੱਥੇ ਹੈ ਇਹ EQH DM, EQH DM। ਤਾਂ ਚੌਥੇ ਆਪਸ਼ਨ ਦੇ ਵਿੱਚ ਮੈਚ ਕਰ ਗਿਆ, ਔਰ D ਤੋਂ ਪਹਿਲਾਂ ਹੁੰਦਾ C। ਤਾਂ ਇਹ ਸਾਡਾ ਕੀ ਹੈਗਾ ਆਨਸਰ ਹੈ। ਉਮੀਦ ਕਰਦੇ ਹਾਂ ਬੇਟਾ ਤੁਹਾਨੂੰ ਅੱਜ ਦਾ ਜਿਹੜਾ ਲੈਕਚਰ ਹੈ ਸਮਝ ਆਇਆ ਹੋਊਗਾ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ, ਔਰ ਵੱਧ ਤੋਂ ਵੱਧ ਸਟੂਡੈਂਟਸ ਨੂੰ ਸ਼ੇਅਰ ਕਰੋ, ਤਾਂ ਕਿ ਹਰ ਇੱਕ ਬੱਚਾ ਇਸ ਤੋਂ ਲਾਭ ਲੈ ਸਕੇ। ਜਿੰਨੇ ਵੀ ਕੰਪੀਟੀਸ਼ਨ ਦੇ ਟੈਸਟ ਹੁੰਦੇ ਆ, ਚਾਹੇ ਉਹ ਜੋਬ ਨਾਲ ਓਰੀਐਂਟਡ ਹੋਵੇ ਜਾਂ ਉਹ ਕਿਸੇ ਕੰਪੀਟੀਸ਼ਨ ਯਾਨੀ ਕੋਈ ਸਟਾਈਪੈਂਡ ਨਾਲ ਸੰਬੰਧਿਤ ਹੋਵੇ, ਜਿਵੇਂ NTSC ਹੈ, NMMS ਹੈ ਜਾਂ PSTSC ਹੈ, ਸਾਰਿਆਂ ਲਈ ਇਹ ਵੀਡੀਓ ਬਹੁਤ ਹੀ ਇੰਪੋਰਟੈਂਟ ਹੈ। ਤਾਂ ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ। ਧੰਨਵਾਦ।